ਸਤਿ ਸ਼੍ਰੀ ਅਕਾਲ ਜੀ, मैं हाँ संदेश चौलक शर्मा। जगबानी टीवी ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਮਨਪ੍ਰੀਤ ਬਾਦਲ, ਪੰਜਾਬ ਦੇ ਲਈ ਰੱਖੀ ਵੱਡੀ ਮੰਗ। तेल कीमतां नूं लैके चंदूमाजरा दा वड्डा बयान। ते मोहाली दे पिंड विच होई गुटका साहिब दे बेअदबी, मिले गुटका साहिब दे फटे होए अंग। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਕਿਸਾਨਾਂ ਦੀ। ਕਿਸਾਨਾਂ ਵੱਲੋਂ ਕੱਲ ਦੇਸ਼ ਵਿਆਪੀ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਹੁਣ ਇਸੇ ਨੂੰ ਲੈ ਕੇ ਚੰਦੂਮਾਜਰਾ ਦਾ ਵੀ ਬਿਆਨ ਸਾਹਮਣੇ ਆਇਆ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹਨ ਤੇ ਇਸ ਪ੍ਰਦਰਸ਼ਨ ਦਾ ਸਮਰਥਨ ਵੀ ਕਰਨਗੇ। ਨਾਲੋਂ ਨਾਲ ਉਹਨਾਂ ਨੇ ਤੇਲ ਦੀਆਂ ਵੱਧਦੀਆਂ ਕੀਮਤਾਂ ਦਾ ਵੀ ਵਿਰੋਧ ਕੀਤਾ ਹੈ ਤੇ ਬਹੁਤ ਸਾਰੀਆਂ ਗੱਲਾਂ ਕਹੀਆਂ। ਕੀ ਕੁਝ ਕਿਹਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ, ਦੇਖਦੇ ਹਾਂ। सूबा ते केंद्र सरकार इस औखे समय दे विच अपने टैक्स नहीं घटाउणगीਆਂ ਤਾਂ अंतरराष्ट्रीय मार्केट दे विच वध रहीਆਂ तेल ਦੀਆਂ कीमतां ਦਾ मारू असर ਸਮੁੱਚੇ वर्गां ते पएगा और वध रही महंगाई ਜਿਹੜੀ ਆ खतरनाक मोड़ ते जा सकदी ਆ। ਉਹਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਕਿ सूबा सरकारां पहल कदमी करन, अपने टैक्स अद्धे करन ਤਾਂ ਕਿ ਕੇਂਦਰ ਤੇ ਦਬਾਅ ਪਾ ਕੇ ਉਹ ਟੈਕਸ ਅੱਧੇ ਕੀਤੇ ਜਾ ਸਕਣ। ਅਦਰਵਾਈਜ਼ ਤਾਂ ਜੇ ਇਹ ਟੈਕਸ ਅੱਧੇ ਨਾ ਕੀਤੇ ਤਾਂ ਦੇਸ਼ ਦੇ ਵਿੱਚ ਪੈਟਰੋਲੀਅਮ ਪ੍ਰੋਡਕਟਸ ਨੂੰ GST ਦੇ ਵਿੱਚ ਅੰਡਰ ਲਿਆਉਣ ਲਈ ਮੁਹਿੰਮ ਚੱਲੇਗੀ, ਮਾਹੌਲ ਬਣੇਗਾ ਜਿਹੜਾ ਸੂਬਿਆਂ ਦੇ ਰਿਸੋਰਸਿਸ ਤੇ ਅਸਰ ਪਾ ਸਕਦਾ। ਇਸ ਤੋਂ ਪਹਿਲਾਂ ਕਿ ਇਹ ਲਹਿਰ ਚੱਲੇ ਤੇ ਸੂਬਾ ਸਰਕਾਰਾਂ ਨੂੰ ਆਪਣਾ ਪ੍ਰਬੰਧ ਆਪਣੇ ਹੱਥ ਵਿੱਚ ਰੱਖਣ ਲਈ ਆਪਣੇ ਟੈਕਸਾਂ ਦੇ ਵਿੱਚ ਕਟੌਤੀ ਕਰਨ ਦੀ ਅਸੀਂ ਅਪੀਲ ਕਰਦੇ ਹਾਂ ਅੱਜ। ਔਰ ਇਸੇ ਲਈ ਜਿਹੜਾ 12 ਤਰੀਕ ਨੂੰ ਪਟਿਆਲੇ ਮੈਮੋਰੈਂਡਮ ਦੇਣਾ ਉਹ ਉਸੇ ਕੜੀ ਦੀ ਸ਼ੁਰੂਆਤ ਆ ਤੇ ਅਗਸਤ ਮਹੀਨੇ ਵਿੱਚ ਫਿਰ ਅਸੀਂ ਇੱਕ ਵੱਡੀ ਰੈਲੀ ਪੰਜਾਬ ਦੇ ਵਿੱਚ ਕਿਸੇ ਇੱਕ ਥਾਂ ਤੇ ਕਰਾਂਗੇ। ਔਰ ਇਹ ਜੱਦੋਜਹਿਦ ਜਿਹੜੀ ਆ तेल ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਰੋਧ ਦੇ ਵਿੱਚ ਟਰਾਂਸਪੋਰਟ ਵਿੰਗ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਅੱਗੇ ਹੋ ਕੇ ਲੜੇਗਾ। ਵੀ ਸ਼੍ਰੋਮਣੀ ਅਕਾਲੀ ਦਲ ਦਾ ਟਰਾਂਸਪੋਰਟ ਵਿੰਗ ਜਿਹੜਾ ਹੈ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕਾਲ ਆ 2 ਘੰਟੇ ਦੀ ਤੇਲ ਦੀਆਂ ਕੀਮਤਾਂ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰਨ ਦੇ ਵਿੱਚ ਉਹਦੇ 'ਚ ਸ਼ਾਮਲ ਹੋਏਗਾ। 2 ਘੰਟੇ ਆਪਣੇ ਆਪਣੇ ਵਹੀਕਲ ਬੰਦ ਕਰਕੇ ਉਹਦੇ 'ਚ ਸ਼ਮੂਲੀਅਤ ਕਰੇਗਾ। ਇਹ ਤੋਂ ਬਿਨਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਟਰਾਂਸਪੋਰਟ ਵਿੰਗ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹ 12 ਤਰੀਕ ਨੂੰ ਇੱਕ ਸੰਕੇਤਕ ਰੋਸ ਪ੍ਰਦਰਸ਼ਨ ਪਟਿਆਲੇ ਦੇ ਵਿੱਚ ਕਰਨ ਜਾ ਰਿਹਾ ਤੇ ਜੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਰੋਕਣ ਲਈ ਸੂਬਾ ਸਰਕਾਰ ਨੇ ਵੈਟ ਦੇ ਵਿੱਚ ਕਟੌਤੀ ਨਾ ਕੀਤੀ ਤੇ ਕੇਂਦਰ ਸਰਕਾਰ ਨੇ ਆਪਣੇ ਐਕਸਾਈਜ਼ ਦੇ ਵਿੱਚ ਨਾ ਕਟੌਤੀ ਕੀਤੀ ਤਾਂ ਇਹ ਜਾਨੀ ਰੋਸ ਪ੍ਰਦਰਸ਼ਨ ਵਧੇਗਾ ਤੇ ਸੜਕਾਂ ਤੇ ਆਉਣ ਲਈ ਮਜਬੂਰ ਹੋਣਗੇ ਤੇ 1 ਅਗਸਤ ਦੇ ਮਹੀਨੇ ਵਿੱਚ ਇੱਕ ਪੰਜਾਬ ਭਰ ਦੀ ਇੱਕ ਬਹੁਤ ਵੱਡੀ ਵਿਸ਼ਾਲ ਰੈਲੀ ਸਾਡਾ ਟਰਾਂਸਪੋਰਟ ਵਿੰਗ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦਾ ਇਹ ਫੈਸਲਾ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਸਰਕਾਰ ਆਉਣ ਤੇ ਪੰਜਾਬ ਦੇ ਵਿੱਚ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ। ਟਰੱਕ ਯੂਨੀਅਨ ਜਿਹੜੀਆਂ ਨੇ ਭੰਗ ਕਰਕੇ ਬਹੁਤ ਵੱਡੀ ਸੱਟ ਮਾਰੀ ਆ ਟਰਾਂਸਪੋਰਟ ਖੇਤਰ ਨੂੰ, ਕਿਉਂਕਿ ਖੇਤੀ ਦਾ ਇੱਕ ਸਹਾਇਕ ਧੰਦਾ ਟਰਾਂਸਪੋਰਟੇਸ਼ਨ ਜਿਹੜੀ ਆ, ਮਗਰ ਇਹਨਾਂ ਨੇ ਆਪਣੇ ਕੋਈ ਚਹੇਤੇ ਲੋਕ ਕੋਈ ਸਿੰਡੀਕੇਟ ਬਣਾ ਲਈ। ਸਿੰਡੀਕੇਟ ਬਣਾ ਕੇ ਮਤਲਬ ਮੋਨੋਪੋਲੀ ਬਣਾਤੀ, ਕੁਝ ਲੋਕਾਂ ਦੇ ਹੱਥਾਂ ਦੇਤੀ ਤੇ ਟਰੱਕ ਆਪਰੇਟਰ ਵੀ ਮਾਰੇ ਗਏ ਤੇ ਵਪਾਰੀ ਵੀ ਮਾਰੇ ਗਏ। ਵਪਾਰੀਆਂ ਦੀ ਲੁੱਟ ਵੀ ਉਸੇ ਤਰ੍ਹਾਂ ਹੋ ਰਹੀ ਆ ਤੇ ਟਰੱਕਾਂ ਵਾਲਿਆਂ ਦੀ ਵੀ ਉਸ ਤਰ੍ਹਾਂ ਹੋ ਰਹੀ ਆ। ਜਾਣੀ ਨਵੇਂ ਵਿਚੋਲੇ ਪੈਦਾ ਕਰਤੇ। ਇਹ ਜਿਹੜਾ ਨਵਾਂ ਵਿਚੋਲੀਆ ਸਿਸਟਮ ਪੈਦਾ ਕੀਤਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ, ਸਿੰਡੀਕੇਟ ਸਿਸਟਮ ਇਹਨੂੰ ਤੋੜ ਕੇ ਅਸੀਂ ਮੁੜ ਕੇ
ਡੈਮੋਕ੍ਰੈਟਿਕ ਤਰੀਕੇ ਨਾਲ ਟਰੱਕ ਯੂਨੀਅਨਾਂ ਬਹਾਲ ਕਰਾਂਗੇ, ਰਿਵਾਈਵ ਕਰਾਂਗੇ। ਔਰ ਇੱਕ 3 ਮੈਂਬਰੀ ਕਮੇਟੀ ਜਿਹੜੇ ਕੰਸਰਨਡ ਐਸਡੀਐਮ ਔਰ ਟਰੱਕ ਯੂਨੀਅਨ ਦਾ ਨੁਮਾਇੰਦਾ ਤੇ ਵਪਾਰੀਆਂ ਦਾ ਨੁਮਾਇੰਦਾ, 3 ਜਿਹੜੇ ਨੇ ਇਹ ਪਾਰਦਰਸ਼ੀ ਤਰੀਕੇ ਨਾਲ ਜੇ ਕਿਤੇ ਰੇਟ ਦੀ ਪ੍ਰੋਬਲਮ ਹੋਏਗੀ ਜਾਂ ਕੋਈ ਹੋਰ ਪ੍ਰੋਬਲਮ ਹੋਏਗੀ ਉਹਨੂੰ ਸੌਰਟ ਆਊਟ ਕਰਿਆ ਕਰਨਗੇ। ਔਰ ਇੱਕ ਪੱਕਾ ਫੈਸਲਾ ਹੋਏਗਾ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਜਿਹੜਾ ਹੋਏਗਾ ਟਰੱਕ ਆਪਰੇਟਰ ਹੀ ਹੋਏਗਾ। ਇਹ ਨਹੀਂ ਹੈ ਵੀ ਕੋਈ ਗੈਂਗਸਟਰ ਲਿਆਣ ਕੇ ਮਤਲਬ ਬਿਠਾਤੇ ਜਾਣ ਜਾਂ ਕੁਛ ਆਪਣੇ ਚਹੇਤੇ ਲਿਆ ਕੇ ਜਿਹਨਾਂ ਟਰੱਕਾਂ ਨਾਲ ਲੇਗਾ ਦੇਗਾ ਹੀ ਨਹੀਂ ਉਹ ਬਣਾਤੇ ਜਾਣ। ਉਹ ਵੀ ਫਿਰ ਬਹੁਤ ਵੱਡਾ ਨੁਕਸਾਨ ਕਰਦੇ ਨੇ ਇਸ ਪੇਸ਼ੇ ਨੂੰ। ਪਿੱਛੇ ਹੋਇਆ ਤੇ ਇੱਕ ਪੱਕਾ ਫੈਸਲਾ ਹੋਏਗਾ ਜਿੱਥੇ ਟਰੱਕ ਯੂਨੀਅਨ ਬਹਾਲ ਹੋਣਗੇ ਉੱਥੇ ਸ਼ਰਤ ਹੋਏਗੀ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਜਿਹੜਾ ਹੋਇਆ ਕਰੂਗਾ ਟਰੱਕ ਆਪਰੇਟਰ ਹੀ ਹੋਇਆ ਕਰੂ, ਦੂਜਾ ਨਹੀਂ ਹੋਏਗਾ। ਇੱਕੋ ਟਾਈਮ ਯਾਨੀ 1 ਸਾਲ ਦਾ ਟੈਕਸ ਇੱਕ ਸਮੇਂ ਹੀ ਭਰਿਆ ਜਾਇਆ ਕਰੇਗਾ ਤੇ ਟੋਟਲ ਟੈਕਸ ਭਰਾ ਕੇ ਉਹਨੂੰ ਇੱਕ ਸਟicker ਜਾਰੀ ਕਰਿਆ ਜਾਏਗਾ ਤੇ ਜਿਹਦੇ ਗੱਡੀ ਤੇ ਉਹ ਸਟicker ਹੋਏਗਾ ਉਹਨੂੰ ਸੜਕ ਤੇ ਕੋਈ ਨਹੀਂ ਰੋਕ ਸਕੇਗਾ। ਕੋਈ ਡੀਟੀਓ ਕੋਈ ਪੁਲਿਸ ਵਾਲਾ ਜਿਸ ਗੱਡੀ ਤੇ ਉਹ ਸਟicker ਲੱਗਿਆ ਹੋਏਗਾ ਕੋਈ ਨਹੀਂ ਰੋਕੇਗਾ। ਇਹ ਫੈਸਲਾ ਵੀ ਮਤਲਬ ਅਸੀਂ ਸੋਚਿਆ ਤਾਂ ਕਿ ਇਹ ਜਿਹੜੀ ਇਕੱਲੀ ਲੁੱਟੇ ਨਹੀਂ ਹੋ ਰਹੀ ਬਲਕਿ ਪਰੇਸ਼ਾਨੀ ਵੀ ਹੋ ਰਹੀ ਹੈ ਇਹਨਾਂ ਨੂੰ। ਔਰ ਜਿੰਨਾ ਟੈਕਸ ਮਤਲਬ ਫਿਕਸ ਕੀਤਾ ਜਾਂਦਾ ਉਹ ਤੋਂ ਕਈ ਗੁਣਾ ਵੱਧ ਰਿਸ਼ਵਤ ਦੇ ਵਿੱਚ ਚਲਾ ਜਾਂਦਾ। ਸੋ ਇਹ ਫੈਸਲਾ ਕਰਿਆ ਵੀ ਇਹ ਇੱਕੋ ਟਾਈਮ ਟੈਕਸ ਭਰਾਇਆ ਜਾਵੇ, ਬਾਰ-ਬਾਰ ਸਾਰਾ ਸਾਲ ਟੈਕਸ ਨਾ ਦਿੰਦੇ ਰਹਿਣ ਤੇ ਜਿਹਨੇ ਉਹ ਭਰਤਾ ਉੱਤੇ ਸਟicker ਦੇ ਦਿਓ ਤੇ ਫਿਰ ਮੁੜ ਕੇ ਕੋਈ ਰੋਕੇ ਨਾ। ਇੱਕ ਜਿਹੜੀ ਵੱਡੀ ਪ੍ਰੋਬਲਮ ਆਉਂਦੀ ਹੈ ਟਰੱਕ ਆਪਰੇਟਰ ਨੂੰ ਓਵਰਲੋਡ ਦੀ। ਅਸੀਂ ਓਵਰਲੋਡ ਜਿਹੜਾ ਬਹੁਤ ਸਖਤੀ ਨਾਲ ਮਤਲਬ ਓਵਰਲੋਡ ਤੋਂ ਮਤਲਬ ਇਹ ਨਹੀਂ ਹੈ ਵੀ ਉਹਦੇ 'ਚ ਕੋਈ ਗੁੰਜਾਇਸ਼ ਹੋਏਗੀ ਕਿਸੇ ਤਰ੍ਹਾਂ ਦੀ ਵੀ ਕਟੌਤੀ ਦੀ, ਮਤਲਬ ਉਹ ਲਾਗੂ ਹੋਏਗਾ। ਉਹਦੇ ਨਾਲ ਸੜਕਾਂ ਵੀ ਬਚਣਗੀਆਂ, ਗੱਡੀਆਂ ਵੀ ਬਚਣਗੀਆਂ। ਟਾਇਰ ਗੱਡੀਆਂ ਦੇ, ਐਕਸੀਡੈਂਟ ਗੱਡੀਆਂ ਦੇ, ਸੜਕਾਂ ਟੋਏ ਪਏ ਨੇ ਵਾਧੂ ਬੋਝ ਨਾਲ। ਇਹ ਇੱਕ ਵੱਡਾ ਕਾਰਨ ਆ ਜਿਹੜੀ ਟਰਾਂਸਪੋਰਟੇਸ਼ਨ ਦੇ ਫੇਲ ਹੋਣ ਦਾ ਤੇ ਪਬਲਿਕ ਦੀ ਪਰੇਸ਼ਾਨੀ ਦਾ ਵੀ। ਇਹ ਵੀ ਓਵਰਲੋਡ ਦੀ ਜਿਹੜੀ ਸਮੱਸਿਆ ਅਸੀਂ ਮਹਿਸੂਸ ਕੀਤੀ ਹੈ ਉਹ ਹੋਏਗਾ। ਇੱਕ ਜਿਹੜਾ ਹੈ ਵੀ ਪੇਮੈਂਟ ਜਿਹੜੀ ਟਰੱਕਾਂ ਵਾਲਿਆਂ ਨੂੰ ਜੋ ਟੈਂਡਰ ਤੇ ਹੁੰਦੀ ਉਹ 100% ਪੇਮੈਂਟ ਹੋਏਗੀ, ਯਕੀਨੀ ਬਣਾਈ ਜਾਏਗੀ। ਜਿਹੜੀ ਉਹ ਕਮੇਟੀ ਹੋਏਗੀ ਉਹਦੀ ਜ਼ਿੰਮੇਵਾਰੀ ਹੋਏਗੀ 3 ਮੈਂਬਰੀ ਕਮੇਟੀ ਦੀ ਵੀ 100% ਪੇਮੈਂਟ ਹੋਵੇ। ਹੁਣ ਕੀ ਹੋ ਰਿਹਾ ਆ ਨਾਭੇ ਦੇ ਵਿੱਚ ਹੀ ਤੁਹਾਨੂੰ ਐਗਜ਼ਾਮਪਲ ਦਿੰਦਾ, 2 ਕਰੋੜ ਰੁਪਇਆ ਸਾਧੂ ਸਿੰਘ ਧਰਮਸੋਤ ਦਾ ਇੱਕ ਬਹੁਤ ਚਹੇਤਾ ਬੰਦਾ 2 ਕਰੋੜ ਰੁਪਇਆ ਟਰੱਕਾਂ ਵਾਲਿਆਂ ਦਾ ਜੇ ਰੱਖੀ ਬੈਠਾ, ਦੇ ਨਹੀਂ ਰਿਹਾ ਪਿਛਲੇ ਸਾਲ ਦਾ ਵੀ। ਹੋਰ ਵੀ ਬਹੁਤ ਸਾਰੇ ਐਸੀਆਂ ਟਰੱਕ ਯੂਨੀਅਨਾਂ ਜਿਨ੍ਹਾਂ ਦੀ ਪੇਮੈਂਟ ਮੇਰਾ ਖਿਆਲ ਹੈ 90% ਟਰੱਕ ਯੂਨੀਅਨ ਦੀ ਪੇਮੈਂਟ ਅਜੇ ਹੁੰਦੀ ਉਹ ਨਹੀਂ, ਪੈਸੇ ਰੱਖ ਲੈਂਦੇ ਆ ਉਹ। ਮਤਲਬ ਹਰ ਟੈਂਡਰ ਤੇ 100% ਦੀ ਪੇਮੈਂਟ ਜਿਹੜੀ ਆ ਉਹ ਯਕੀਨੀ ਬਣਾਈ ਜਾਏਗੀ। ਤੇ ਮਤਲਬ ਮੇਨ ਜਿਹੜੀਆਂ ਟਰੱਕਾਂ ਵਾਲਿਆਂ ਦੀਆਂ ਇਹ ਜਿਹੜੀਆਂ ਸਮੱਸਿਆਵਾਂ ਅਸੀਂ ਸਮਝਦੇ ਹਾਂ, ਮਤਲਬ ਕੁੱਲ ਮਿਲਾ ਕੇ ਜਿਹੜਾ ਟਰਾਂਸਪੋਰਟ ਵਿਭਾਗ ਨੂੰ ਟਰਾਂਸਪੋਰਟ ਨੂੰ ਅਸੀਂ ਇੱਕ ਲਾਭਕਾਰੀ ਧੰਦਾ ਬਣਾਉਣਾ ਚਾਹੁੰਦੇ ਹਾਂ ਜਿਹੜਾ ਹੁਣ ਘਾਟੇ ਵਿੱਚ ਚਲਾ ਗਿਆ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਿੱਲੀ ਗਏ। ਦਿੱਲੀ ਜਾ ਕੇ ਉੱਥੇ ਉਹਨਾਂ ਨੇ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੇ ਦੌਰਾਨ ਉਹਨਾਂ ਨੇ ਪੰਜਾਬ ਨੂੰ ਲੈ ਕੇ ਕਈ ਗੱਲਾਂ ਕੀਤੀਆਂ। ਕਿਹਾ ਜਾ ਰਿਹਾ ਹੈ ਕਿ ਪੰਜਾਬ ਨੂੰ ਲੈ ਕੇ ਕਈ ਸਾਰੀਆਂ ਮੰਗਾਂ ਉਹਨਾਂ ਨੇ ਰਾਜਨਾਥ ਸਿੰਘ ਦੇ ਅੱਗੇ ਰੱਖੀਆਂ। ਉਹਨਾਂ ਨੇ ਗੁਰਦਾਸਪੁਰ ਅਤੇ ਬਠਿੰਡਾ ਵਿੱਚ 2 ਹੋਰ ਸੈਨਿਕ ਸਕੂਲ ਖੋਲ੍ਹਣ ਦੀ ਮੰਗ ਕੀਤੀ। ਬਾਦਲ ਨੇ ਕਿਹਾ ਹੈ ਕਿ ਸੈਨਾ ਸਮਾਨ ਅਤੇ ਬਹਾਦਰ ਪੁਰਸਕਾਰ ਦੇ ਲਈ ਪੰਜਾਬ ਦੇਸ਼ ਦਾ ਆਗੂ ਸੂਬਾ ਹੈ। ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਸੈਨਿਕਾਂ ਦੇ ਬਲੀਦਾਨ ਅਤੇ सम्मान ਵੱਧ ਹਨ। ਸੂਬੇ ਵਿੱਚ ਇੱਕੋ ਇੱਕ ਸੈਨਿਕ ਸਕੂਲ ਕਪੂਰਥਲਾ ਵਿੱਚ ਹੈ ਤੇ ਹੁਣ ਗੁਰਦਾਸਪੁਰ ਅਤੇ ਬਠਿੰਡਾ ਵਿੱਚ 2 ਹੋਰ ਸੈਨਿਕ ਸਕੂਲ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਪੰਜਾਬ ਦੇ ਵਿੱਚ ਬਿਜਲੀ ਦਾ ਮੁੱਦਾ ਭਖਦਾ ਹੀ ਜਾ ਰਿਹਾ ਹੈ, ਜਿੱਥੇ ਬਿਜਲੀ ਦੀ ਕਟੌਤੀ ਨੂੰ ਲੈ ਕੇ ਆਮ ਜਨਤਾ ਪਰੇਸ਼ਾਨ ਹੈ ਕਿਉਂਕਿ ਵੱਡੇ ਕੱਟਾਂ ਨੇ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ। ਤਾਂ ਉੱਥੇ ਹੀ ਇੰਡਸਟਰੀਜ਼ ਵਾਲੇ ਵੀ ਇਸ ਤੋਂ ਖਾਸੇ ਨਾਰਾਜ਼ ਨਜ਼ਰ ਆ ਰਹੇ ਨੇ। ਤਾਂ ਹੁਣ ਇੰਡਸਟਰੀਜ਼ ਵਾਲਿਆਂ ਦੇ ਹੱਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਏ ਨੇ। ਅੱਜ ਪੰਜਾਬ ਬਹੁਤ ਵੱਡੇ ਸੰਕਟ 'ਚ ਹੈ, ਬਿਜਲੀ ਦਾ ਸੰਕਟ ਹੈ। ਪਿਛਲੇ ਕਈ ਦਿਨਾਂ ਤੋਂ ਮੈਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਕਈ ਵੱਡੇ ਇੰਡਸਟਰੀਜ਼, ਛੋਟੇ ਇੰਡਸਟਰੀਜ਼, ਵਪਾਰੀਆਂ ਦੇ ਟੈਲੀਫੋਨ ਆ ਰਹੇ ਹੈ ਕਿ ਸਾਨੂੰ ਬਚਾਓ, ਸਾਨੂੰ ਜਿਹੜੇ ਆਰਡਰ ਮਿਲੇ ਸੀ ਉਹ ਸਾਰੇ ਕੈਂਸਲ ਹੋ ਰਹੇ ਹੈ ਕਿਉਂਕਿ ਸਾਡੀਆਂ ਫੈਕਟਰੀਆਂ ਬਿਜਲੀ ਨਾ ਆਉਣ ਕਰਕੇ ਬੰਦ ਹੋ ਗਈਆਂ। ਕਰੋੜਾਂ ਅਰਬਾਂ ਦਾ ਨੁਕਸਾਨ ਹੋਣ ਜਾ ਰਿਹਾ ਪੰਜਾਬ ਦੀ ਇੰਡਸਟਰੀ ਦਾ। ਜੇ ਪੰਜਾਬ ਦੀ ਇੰਡਸਟਰੀ ਤੁਹਾਨੂੰ ਆਪ ਹੀ ਪਤਾ ਹੈ
ਪਿਛਲੇ 1.5 ਸਾਲਾਂ ਚੋਂ ਮੁਸ਼ਕਿਲ 'ਚ ਹੈ। ਪਹਿਲੇ ਕੋਵਿਡ ਕਰਕੇ ਸਾਰੀ ਇੰਡਸਟਰੀ ਬੰਦ ਸੀ ਤੇ ਹੁਣ ਕੈਪਟਨ ਨੇ ਬਿਜਲੀ ਕਰਕੇ ਕਰ ਦਿੱਤੀ। ਬਿਜਲੀ ਦੀ ਸਮੱਸਿਆ ਕੀ ਹੈ? ਬਿਜਲੀ ਦੀ ਸਮੱਸਿਆ ਹੈ ਕਿ ਬਿਜਲੀ ਆਪਾਂ ਨੇ ਕੋਲੇ ਪੂਰੀ ਹੈ ਹੀ ਨਹੀਂ। ਹਰ ਸਾਲ 500 ਮੈਗਾਵਾਟ ਬਿਜਲੀ ਦੀ ਡਿਮਾਂਡ ਵੱਧਦੀ ਹੈ। ਪਿਛਲੇ 4.5 ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੀ ਥਰਮਲ ਪਲਾਂਟ ਨਹੀਂ ਲਾਇਆ ਜਾਂ ਕੋਈ ਆਪਣਾ ਸੋਲਰ ਪਲਾਂਟ ਨਹੀਂ ਲਾਇਆ, ਜਿਹਦੇ ਕਰਕੇ ਜੋ ਅਸੀਂ ਸਰਪਲਸ ਕਰਕੇ ਗਏ ਸੀ ਹੁਣ ਉਹ ਸ਼ਾਰਟੇਜਸ ਹੋ ਗਈਆਂ। ਵੱਡੀ ਗੱਲ ਇੱਕ ਹੋਰ ਵੀ ਕੀਤੀ ਕੈਪਟਨ ਨੇ, ਜਿਹੜੇ ਸਰਕਾਰੀ ਥਰਮਲ ਪਲਾਂਟ ਸੀ ਉਹ ਵੀ ਬੰਦ ਕਰਤੇ। ਬਠਿੰਡੇ ਦਾ ਥਰਮਲ ਪਲਾਂਟ ਬੰਦ ਕਰਤਾ, ਹੁਣ ਤੁਹਾਡਾ ਆਪਣੇ ਰੋਪੜ ਵਾਲੇ ਥਰਮਲ ਪਲਾਂਟ ਬੰਦ ਕਰ ਦਿੱਤਾ ਤੇ ਹੋਰ ਸ਼ਾਰਟੇਜ ਵੱਧ ਗਈ। ਆਹ ਤਾਂ ਬਚਾਅ ਆਪਣਾ ਇਸ ਗੱਲ ਦਾ ਹੈ ਕਿ 4,500 ਮੈਗਾਵਾਟ ਬਿਜਲੀ ਦੇ ਥਰਮਲ ਪਲਾਂਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲਾਏ, ਉਹ ਵੀ ਸਭ ਤੋਂ ਸਸਤੇ ਲਾਏ, 2 ਰੁਪਏ 80 ਪੈਸੇ ਬਿਜਲੀ ਰੇਟ ਤੇ, ਜਿਹਦੇ ਕਰਕੇ ਆਪਣਾ ਥੋੜਾ ਮੋਟਾ ਬਚਾਇਆ। ਜੇ ਉਹ ਨਾ ਲੱਗਦੇ ਹੁੰਦੇ ਤੇ ਅੱਜ ਆਪਣਾ ਸਾਰਾ ਪੰਜਾਬ ਬੰਦ ਹੋਣਾ ਸੀ। ਇੰਡਸਟਰੀ ਨੂੰ ਮਸਾਂ 5-7 ਦਿਨ ਹਫ਼ਤੇ 'ਚ ਬਿਜਲੀ ਆਉਣੀ ਸੀ। ਇਹ ਜੀ ਹਾਲਾਤ ਬਣ ਜਾਣੀ ਸੀ ਜੇ ਉਹ ਮਿਹਨਤ ਸ਼੍ਰੋਮਣੀ ਅਕਾਲੀ ਦਲ ਨਹੀਂ ਕਰਦੀ। ਵੱਡੀ ਗੱਲ ਹੈ, ਕੈਪਟਨ ਸਾਹਿਬ ਹਰ ਵਾਰ ਕਹਿੰਦੇ ਕੁਛ ਹੈ ਕਰਦੇ ਕੁਛ ਹੈ। ਕੈਪਟਨ ਸਾਹਿਬ ਨੇ ਵਾਅਦਾ ਕੀਤਾ ਕਿ ਮੈਨੂੰ ਯਾਦ ਹੈ ਕਿ ਮੈਂ 5 ਰੁਪਏ ਯੂਨਿਟ ਇੰਡਸਟਰੀ ਨੂੰ ਦਊਂਗਾ। ਕੈਪਟਨ ਸਾਹਿਬ ਕਿੱਥੇ ਗਿਆ ਵਾਅਦਾ ਤੁਹਾਡਾ? ਅੱਜ ਇੰਡਸਟਰੀ ਦੇ ਸਾਰੇ ਟੈਲੀਫੋਨ ਆ ਰਹੇ ਹੈ, ਉਹਨਾਂ ਨੂੰ 10 ਰੁਪਏ ਯੂਨਿਟ ਤੁਸੀਂ ਦੇ ਰਹੇ ਹੋ ਬਿਜਲੀ। ਕਿੱਡਾ ਵੱਡਾ ਨੁਕਸਾਨ। ਪਹਿਲੇ 5 ਦੀ ਜਗ੍ਹਾ 10 ਰੁਪਏ ਯੂਨਿਟ ਲੈ ਰਹੇ ਹੈ। ਦੂਜੀ ਗੱਲ, ਬਿਜਲੀ ਆ ਨਹੀਂ ਰਹੀ, ਉਹਨਾਂ ਦੀ ਫੈਕਟਰੀਆਂ ਬੰਦ ਹੈ, ਉਹਨਾਂ ਦੇ ਆਰਡਰ ਬੰਦ ਹੋ ਗਏ। ਕਿਵੇਂ ਬਚੂਗੀ ਪੰਜਾਬ ਦੀ ਇੰਡਸਟਰੀ, ਕਿਵੇਂ ਬਚੂਗਾ ਪੰਜਾਬ ਦਾ ਟ੍ਰੇਡ? ਇਸ ਕਰਕੇ ਮੈਂ ਅਪੀਲ ਕਰਦਾ ਕੈਪਟਨ ਸਾਹਿਬ ਨੂੰ, ਤੁਸੀਂ ਖਜ਼ਾਨੇ 'ਚੋਂ ਪੈਸਾ ਕੱਢ ਕੇ ਜਿੱਥੋਂ ਵੀ ਬਿਜਲੀ ਮਿਲਦੀ ਹੈ ਬਿਜਲੀ ਲਓ, ਤਾਂ ਹੀ ਆਪਣੀ ਪੰਜਾਬ ਦੀ ਇੰਡਸਟਰੀ। ਬੇਅਦਬੀ ਦਾ ਮਾਮਲਾ ਇੱਕ ਵਾਰ ਫਿਰ ਤੋਂ ਉੱਭਰ ਕੇ ਸਾਹਮਣੇ ਆਇਆ ਹੈ ਤੇ ਇਸ ਤੇ ਬੋਲੇ ਹਨ ਕੁਲਤਾਰ ਸੰਧਵਾ। ਉਹਨਾਂ ਨੇ ਨਾਰਕੋ ਟੈਸਟ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਹੈ ਕਿ ਬਾਦਲਾਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ। ਨਾਲੋਂ ਨਾਲ ਉਹਨਾਂ ਨੇ ਕਿਹਾ ਹੈ ਕਿ ਜੇਕਰ ਉਹਨਾਂ ਦਾ ਵੀ ਕੋਈ ਨਾਰਕੋ ਟੈਸਟ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਤਿਆਰ ਹਨ। ਪੰਜਾਬ ਦੀ ਸਭ ਤੋਂ ਮੰਦਭਾਗੀ ਘਟਨਾ ਜਿਹੜੀ ਬੇਅਦਬੀ ਕਾਂਡ ਦੇ ਰੋਸ ਦੇ ਵਿੱਚ ਲੋਕ ਬੈਠੇ ਸੀ, ਸੰਗਤ ਬੈਠੀ ਸੀ, ਉੱਥੇ ਗੋਲੀ ਚਲਾਉਣਾ, ਉੱਥੇ ਕਤਲੇਆਮ ਕਰਨਾ ਤੇ ਉਹਨਾਂ ਤੇ ਦੋਸ਼ ਮੜਨ ਦੀ ਕੋਸ਼ਿਸ਼ ਕਰਨਾ, ਉਹ ਸੀ। ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਤਰੀਕੇ ਦੀ ਕੋਈ ਨਾਰਕੋ ਟੈਸਟ ਕਰਨ ਦੀ ਲੋੜ ਪੈਂਦੀ ਹੈ ਤਾਂ ਕਿਸੇ ਨੂੰ ਭੱਜਣਾ ਨਹੀਂ ਚਾਹੀਦਾ। ਔਰ ਖਾਸ ਕਰਕੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਜਿਨ੍ਹਾਂ ਨੇ ਸੈਂਕੜੇ ਲੋਕਾਂ ਨੇ ਨਾਰਕੋ ਟੈਸਟ ਕਰਾਏ ਹੋਣਗੇ ਸੱਚ ਝੂਠ ਨੂੰ ਕੱਢਣ ਲਈ, ਇਹਨਾਂ ਨੂੰ ਤਾਂ ਸਭ ਪਤਾ। ਤੇ ਇਹ ਕਿਉਂ ਭੱਜਦੇ ਆ? ਇਹ ਬਹੁਤ ਮੰਦਭਾਗੀ ਗੱਲ ਹੈ। ਇਸ ਤੋਂ ਇਹਨਾਂ ਦੇ ਸ਼ੱਕ ਦੀ ਸੂਈ ਹੋਰ ਜ਼ਿਆਦਾ ਇਹਨਾਂ ਵੱਲ ਜਾਂਦੀ ਹੈ। ਔਰ ਮੈਂ ਤਾਂ ਕਹਿੰਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਵੀ ਨਾਰਕੋ ਟੈਸਟ ਹੋਣਾ ਚਾਹੀਦਾ। ਉਸ ਤੋਂ ਪਹਿਲਾਂ ਭਾਵੇਂ ਮੇਰਾ ਕਰ ਲਿਆ ਜਾਵੇ, ਮੈਨੂੰ ਕੋਈ ਇਤਰਾਜ਼ ਨਹੀਂ। ਪੰਜਾਬ ਦੀ ਸਭ ਤੋਂ ਮੰਦਭਾਗੀ ਘਟਨਾ ਜਿਹੜੀ ਬੇਅਦਬੀ ਕਾਂਡ ਦੇ ਰੋਸ ਦੇ ਵਿੱਚ ਲੋਕ ਬੈਠੇ ਸੀ, ਸੰਗਤ ਬੈਠੀ ਸੀ, ਉੱਥੇ ਗੋਲੀ ਚਲਾਉਣਾ, ਉੱਥੇ ਕਤਲੇਆਮ ਕਰਨਾ ਤੇ ਉਹਨਾਂ ਤੇ ਦੋਸ਼ ਮੜਨ ਦੀ ਕੋਸ਼ਿਸ਼ ਕਰਨਾ, ਉਹ ਸੀ। ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਤਰੀਕੇ ਦੀ ਕੋਈ ਨਾਰਕੋ ਟੈਸਟ ਕਰਨ ਦੀ ਲੋੜ ਪੈਂਦੀ ਹੈ ਤਾਂ ਕਿਸੇ ਨੂੰ ਭੱਜਣਾ ਨਹੀਂ ਚਾਹੀਦਾ। ਔਰ ਖਾਸ ਕਰਕੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਜਿਨ੍ਹਾਂ ਨੇ ਸੈਂਕੜੇ ਲੋਕਾਂ ਨੇ ਨਾਰਕੋ ਟੈਸਟ ਕਰਾਏ ਹੋਣਗੇ ਸੱਚ ਝੂਠ ਨੂੰ ਕੱਢਣ ਲਈ, ਇਹਨਾਂ ਨੂੰ ਤਾਂ ਸਭ ਪਤਾ। ਤੇ ਇਹ ਕਿਉਂ ਭੱਜਦੇ ਆ? ਇਹ ਬਹੁਤ ਮੰਦਭਾਗੀ ਗੱਲ ਹੈ। ਇਸ ਤੋਂ ਇਹਨਾਂ ਦੇ ਸ਼ੱਕ ਦੀ ਸੂਈ ਹੋਰ ਜ਼ਿਆਦਾ ਇਹਨਾਂ ਵੱਲ ਜਾਂਦੀ ਹੈ। ਔਰ ਮੈਂ ਤਾਂ ਕਹਿੰਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਵੀ ਨਾਰਕੋ ਟੈਸਟ ਹੋਣਾ ਚਾਹੀਦਾ। ਉਸ ਤੋਂ ਪਹਿਲਾਂ ਭਾਵੇਂ ਮੇਰਾ ਕਰ ਲਿਆ ਜਾਵੇ, ਮੈਨੂੰ ਕੋਈ ਇਤਰਾਜ਼ ਨਹੀਂ। ਪੰਜਾਬ ਦੀ ਸਭ ਤੋਂ ਮੰਦਭਾਗੀ ਘਟਨਾ ਜਿਹੜੀ ਬੇਅਦਬੀ ਕਾਂਡ ਦੇ ਰੋਸ ਦੇ ਵਿੱਚ ਲੋਕ ਬੈਠੇ ਸੀ, ਸੰਗਤ ਬੈਠੀ ਸੀ, ਉੱਥੇ ਗੋਲੀ ਚਲਾਉਣਾ, ਉੱਥੇ ਕਤਲੇਆਮ ਕਰਨਾ ਤੇ ਉਹਨਾਂ ਤੇ ਦੋਸ਼ ਮੜਨ ਦੀ ਕੋਸ਼ਿਸ਼ ਕਰਨਾ, ਉਹ ਸੀ। ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਤਰੀਕੇ ਦੀ ਕੋਈ ਨਾਰਕੋ ਟੈਸਟ ਕਰਨ ਦੀ ਲੋੜ ਪੈਂਦੀ ਹੈ ਤਾਂ ਕਿਸੇ ਨੂੰ ਭੱਜਣਾ ਨਹੀਂ ਚਾਹੀਦਾ। ਔਰ ਖਾਸ ਕਰਕੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਜਿਨ੍ਹਾਂ ਨੇ ਸੈਂਕੜੇ ਲੋਕਾਂ ਨੇ ਨਾਰਕੋ ਟੈਸਟ ਕਰਾਏ ਹੋਣਗੇ ਸੱਚ ਝੂਠ ਨੂੰ ਕੱਢਣ ਲਈ, ਇਹਨਾਂ ਨੂੰ ਤਾਂ ਸਭ ਪਤਾ। ਤੇ ਇਹ ਕਿਉਂ ਭੱਜਦੇ ਆ? ਇਹ ਬਹੁਤ ਮੰਦਭਾਗੀ ਗੱਲ ਹੈ। ਇਸ ਤੋਂ ਇਹਨਾਂ ਦੇ ਸ਼ੱਕ ਦੀ ਸੂਈ ਹੋਰ ਜ਼ਿਆਦਾ ਇਹਨਾਂ ਵੱਲ ਜਾਂਦੀ ਹੈ। ਔਰ ਮੈਂ ਤਾਂ ਕਹਿੰਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਵੀ ਨਾਰਕੋ ਟੈਸਟ ਹੋਣਾ ਚਾਹੀਦਾ। ਉਸ ਤੋਂ ਪਹਿਲਾਂ ਭਾਵੇਂ ਮੇਰਾ ਕਰ ਲਿਆ ਜਾਵੇ, ਮੈਨੂੰ ਕੋਈ ਇਤਰਾਜ਼ ਨਹੀਂ। ਪੰਜਾਬ ਦੀ ਸਭ ਤੋਂ ਮੰਦਭਾਗੀ ਘਟਨਾ ਜਿਹੜੀ ਬੇਅਦਬੀ ਕਾਂਡ ਦੇ ਰੋਸ ਦੇ ਵਿੱਚ ਲੋਕ ਬੈਠੇ ਸੀ, ਸੰਗਤ ਬੈਠੀ ਸੀ, ਉੱਥੇ ਗੋਲੀ ਚਲਾਉਣਾ, ਉੱਥੇ ਕਤਲੇਆਮ ਕਰਨਾ ਤੇ ਉਹਨਾਂ ਤੇ ਦੋਸ਼ ਮੜਨ ਦੀ ਕੋਸ਼ਿਸ਼ ਕਰਨਾ, ਉਹ ਸੀ। ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਤਰੀਕੇ ਦੀ ਕੋਈ ਨਾਰਕੋ ਟੈਸਟ ਕਰਨ ਦੀ ਲੋੜ ਪੈਂਦੀ ਹੈ ਤਾਂ ਕਿਸੇ ਨੂੰ ਭੱਜਣਾ ਨਹੀਂ ਚਾਹੀਦਾ।
ਔਰ ਖਾਸ ਕਰਕੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਜਿਨ੍ਹਾਂ ਨੇ ਸੈਂਕੜੇ ਲੋਕਾਂ ਦੇ ਨਾਰਕੋ ਟੈਸਟ ਕਰਾਏ ਹੋਣਗੇ ਸੱਚ ਝੂਠ ਨੂੰ ਕੱਢਣ ਲਈ। ਇਹਨਾਂ ਨੂੰ ਤਾਂ ਸਭ ਪਤਾ, ਤੇ ਇਹ ਕਿਉਂ ਭੱਜਦੇ ਆ? ਇਹ ਬਹੁਤ ਮੰਦਭਾਗੀ ਗੱਲ ਹੈ। ਇਸ ਤੋਂ ਇਹਨਾਂ ਦੇ ਸ਼ੱਕ ਦੀ ਸੂਈ ਹੋਰ ਜ਼ਿਆਦਾ ਇਹਨਾਂ ਵੱਲ ਜਾਂਦੀ ਹੈ। ਔਰ ਮੈਂ ਤਾਂ ਕਹਿੰਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਵੀ ਨਾਰਕੋ ਟੈਸਟ ਹੋਣਾ ਚਾਹੀਦਾ। ਉਸ ਤੋਂ ਪਹਿਲਾਂ ਭਾਵੇਂ ਮੇਰਾ ਕਰ ਲਿਆ ਜਾਵੇ, ਮੈਨੂੰ ਕੋਈ ਇਤਰਾਜ਼ ਨਹੀਂ। ਦੇਸ਼ ਹੀ ਨਹੀਂ ਦੁਨੀਆ ਭਰ ਦੇ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ ਤੇ ਇਸੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਪੰਜਾਬ ਭਾਜਪਾ ਦੇ ਨੌਜਵਾਨ ਆਗੂ ਮਲਵਿੰਦਰ ਸਿੰਘ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਸੀ। ਤੇ ਹੁਣ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਵਿਰੋਧੀ ਧਿਰ ਯਾਨੀ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ। ਅੱਜ ਬੀਜੇਪੀ ਦੀ ਬਹੁਤ ਜਿਹੜੇ ਵੱਡੇ ਲੀਡਰ ਜਿਨ੍ਹਾਂ ਨੇ ਪਿਛਲੇ ਦਿਨੀ 3 ਜਿਹੜੇ ਫਾਰਮ ਬਿੱਲ ਸੀ ਉਹਨਾਂ ਦੇ ਚੱਲਦੇ ਰਿਜ਼ਾਈਨ ਕੀਤਾ। ਸਾਡੇ ਵੱਡੇ ਭਰਾ ਮਾਲਵਿੰਦਰ ਸਿੰਘ ਕੰਗ, ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ, ਪੰਜਾਬ ਯੂਨੀਵਰਸਿਟੀ ਦੇ ਮੈਂ ਕਹਿਣਾ ਕਿ ਜਿਹੜਾ ਵੀ ਪਿਛਲੇ 20-25 ਸਾਲਾਂ 'ਚ ਕੋਈ ਵੀ ਯੂਨੀਵਰਸਿਟੀ ਤੋਂ ਜਿਹੜਾ ਕੋਈ ਬੱਚਾ ਪੜ੍ਹਿਆ, ਮੈਨੂੰ ਨਹੀਂ ਲੱਗਦਾ ਕਿ ਕੋਈ ਮਾਲਵਿੰਦਰ ਕੰਗ ਨੂੰ ਜਾਣਦਾ ਨਹੀਂ ਹੋਣਾ। ਅੱਜ ਤੱਕ ਦੇ ਯੂਨੀਵਰਸਿਟੀ ਦੇ ਇਤਿਹਾਸ 'ਚ ਜੇ ਮੈਂ ਗਲਤ ਨਹੀਂ ਤਾਂ ਮਾਲਵਿੰਦਰ ਸਿੰਘ ਕੰਗ ਇੱਕੋ ਇੱਕ ਸਟੂਡੈਂਟ ਲੀਡਰ ਹੈ ਜਿਹੜਾ 2 ਵਾਰੀ ਇਲੈਕਟਡ ਪ੍ਰਧਾਨ ਰਿਹਾ। ਇੱਕ ਵਾਰੀ 2004 ਤੇ 5 ਕਿ 2 ਵਾਰੀ ਜਿਹੜੇ ਲਗਾਤਾਰ ਜਿਹੜੇ ਆ ਪ੍ਰਧਾਨ ਰਹੇ 2 ਤੇ 2003 ਤੇ ਉਸ ਤੋਂ ਬਾਅਦ ਸੈਨੇਟ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ ਉਹ ਬੜੀ ਵੱਡੀ ਇਲੈਕਸ਼ਨ ਹੈ, ਬੜੀ ਔਖੀ ਇਲੈਕਸ਼ਨ ਹੈ ਤੇ ਉਹਦੇ ਵੀ ਲਗਾਤਾਰ 2 ਵਾਰੀ ਸੈਨੇਟ ਮੈਂਬਰ ਰਹੇ ਆ ਤੇ ਲਗਾਤਾਰ ਯੂਨੀਵਰਸਿਟੀ ਜਦੋਂ ਪੋਲਿਟਿਕਸ ਕਰਦੇ ਸੀ ਉਦੋਂ ਵੀ ਤੇ ਬਤੌਰ ਸੈਨੇਟ ਮੈਂਬਰ ਵੀ ਲਗਾਤਾਰ ਸਟੂਡੈਂਟ ਰਾਈਟਸ ਦੇ ਲਈ ਲਗਾਤਾਰ ਜਿਹੜਾ ਇਹ ਹੈ ਕੰਮ ਕਰਦੇ ਰਹੇ ਆ। ਤੇ ਉਸ ਤੋਂ ਬਾਅਦ ਬੀਜੇਪੀ 'ਚ ਜਾਣ ਤੋਂ ਬਾਅਦ ਵੀ ਬੜੇ ਵੱਡੇ ਅਹੁਦਿਆਂ ਤੇ ਰਹੇ, ਕੋਰ ਕਮੇਟੀ ਦੇ ਮੈਂਬਰ ਰਹੇ ਤੇ ਜਦੋਂ ਰਿਜ਼ਾਈਨ ਕੀਤਾ ਪਿਛਲੇ ਸਮੇਂ 'ਚ ਤੁਹਾਨੂੰ ਸਾਰੇ ਮੀਡੀਆ ਨੂੰ ਪਤਾ ਕਿ ਜਦੋਂ ਬਿਲਕੁਲ ਸਟਾਰਟਿੰਗ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਮਾਲਵਿੰਦਰ ਸਿੰਘ ਕੰਗ ਪਹਿਲੇ ਬੀਜੇਪੀ ਦੇ ਲੀਡਰਾਂ 'ਚੋਂ ਸੀ ਜਿਹੜੇ ਜਨਰਲ ਸੈਕਟਰੀ ਬੀਜੇਪੀ ਦੀ 'ਚ ਬੜਾ ਇੰਪੋਰਟੈਂਟ ਅਹੁਦਾ ਹੈਗਾ। ਜਨਰਲ ਸੈਕਟਰੀ ਦੀ ਪੋਸਟ ਛੱਡ ਕੇ ਕਿਸਾਨੀ ਧਰਨੇ ਦੀ ਹਮਾਇਤ ਦੇ ਵਿੱਚ ਦਿੱਲੀ ਵੀ ਪਹੁੰਚੇ, ਲਗਾਤਾਰ ਉਦੋਂ ਤੋਂ ਕਿਸਾਨ ਅੰਦੋਲਨ ਦੇ ਵਿੱਚ ਵੀ ਸਰਗਰਮ ਨੇ। ਸੋ ਮੈਂ ਸਮਝਦਾ ਕਿ ਕੰਗ ਸਾਹਿਬ ਦੇ ਸਾਡੇ ਭਰਾ ਜੀ ਦੇ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਜਿਹੜਾ ਬਲ ਮਿਲੂਗਾ। ਇਹਦੇ ਨਾਲ ਪਾਰਟੀ ਜਿਹੜੀ ਹੈ ਮਜ਼ਬੂਤ ਹੋਊਗੀ। ਸੋ ਮੈਂ ਹੁਣ ਜਰਨੈਲ ਭਾਜੀ ਚੀਮਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਕੰਗ ਸਾਹਿਬ ਨੂੰ ਸਰੋਪਾ ਪਾ ਕੇ ਪਾਰਟੀ ਦੇ ਵਿੱਚ ਸ਼ਾਮਲ ਕਰਨ। ਸਵਾਗਤ ਹੈ ਜੀ। ਧੰਨਵਾਦ ਭਾਈ ਸਾਹਿਬ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ, ਬਹੁਤ ਧੰਨਵਾਦ। ਮੈਂ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਔਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਪ੍ਰਧਾਨ ਸ਼੍ਰੀ ਭਗਵੰਤ ਮਾਨ ਜੀ, ਵਿਧਾਨ ਸਭਾ 'ਚ ਪਾਰਟੀ ਦੇ ਜਿਹੜੇ ਲੀਡਰ ਆਫ ਆਪੋਜੀਸ਼ਨ ਹੈ ਚੀਮਾ ਸਾਹਿਬ, ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਬਰਨਾਲੇ ਤੋਂ ਐਮਐਲਏ ਮੀਤ ਹੇਅਰ ਜੀ, ਜਨਰਲ ਸੈਕਟਰੀ ਬਰਸਟ ਸਾਹਿਬ, ਸਾਰੀ ਹੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਆਪਣੇ ਇਸ ਪਰਿਵਾਰ 'ਚ ਅੱਜ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਹੈ। ਔਰ ਆਉਣ ਵਾਲੇ ਟਾਈਮ 'ਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਲੋਕਾਂ ਨਾਲ ਜੁੜੇ ਹੋਏ ਮੁੱਦਿਆਂ ਨੂੰ ਲੈ ਕੇ, ਲੋਕਾਂ ਨਾਲ ਜੁੜੇ ਹੋਏ ਸਰੋਕਾਰਾਂ ਨੂੰ ਲੈ ਕੇ ਸੜਕਾਂ 'ਤੇ ਸੰਘਰਸ਼ ਕਰ ਰਹੀ ਹੈ, ਔਰ ਮੈਂ ਵੀ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਮੈਨੂੰ ਇਸ ਪਰਿਵਾਰ 'ਚ ਅੱਜ ਸ਼ਾਮਿਲ ਹੋ ਕੇ ਲੋਕਾਂ ਦੀ ਲੜਾਈ ਲੜਨ ਦਾ ਮੌਕਾ ਮਿਲੂਗਾ। ਦੇਖੋ, ਅਟਕਲਾਂ 'ਤੇ ਕੋਈ ਕਹਿੰਦਾ ਅਕਾਲੀ ਦਲ ਜਾ ਰਿਹਾ, ਕੋਈ ਕਾਂਗਰਸ ਜਾ ਰਿਹਾ। ਗੱਲ ਇਹ ਆ, ਮੈਂ ਜਿਸ ਤਰ੍ਹਾਂ ਹੇਅਰ ਸਾਹਿਬ ਨੇ ਦੱਸਿਆ, ਮੈਂ ਸਟੂਡੈਂਟ ਐਕਟਿਵਿਜ਼ਮ ਨਾਲ ਜੁੜਿਆ ਰਿਹਾ ਔਰ ਸਟੂਡੈਂਟ ਦੀ ਲੜਾਈ ਲੜੀ। ਉਹੀ ਜਿਹੜਾ ਐਟੀਟਿਊਡ ਹੈ, ਔਰ ਆਮ ਆਦਮੀ ਪਾਰਟੀ ਵੀ ਇੱਕ ਸੰਘਰਸ਼ ਤੋਂ ਜਦੋਂ ਇੱਕ ਮੂਵਮੈਂਟ 'ਚੋਂ ਨਿਕਲੀ ਹੋਈ ਪਾਰਟੀ ਹੈ। ਅੱਜ ਜਦੋਂ ਪੰਜਾਬ ਦੀ ਹੋਂਦ ਦਾ ਸਵਾਲ ਹੈ, ਹੋਂਦ ਤੋਂ ਮਤਲਬ ਹੈ ਵੀ ਪੰਜਾਬ ਦਾ ਪੂਰਾ ਜਿਹੜਾ ਅਰਥਚਾਰਾ ਉਹ ਖਤਮ ਹੋ ਗਿਆ। ਪੰਜਾਬ ਦਾ ਕਿਸਾਨ 1 ਸਾਲ ਤੋਂ ਜਿਹੜਾ ਹੈ, ਹਰਿਆਣਾ ਈਵਨ, ਮੈਂ ਤੇ ਅੱਜ ਪੰਜਾਬ ਦੀ ਗੱਲ ਕਰੂੰਗਾ, ਲੇਕਿਨ ਸਾਰੇ ਦੇਸ਼ ਦਾ ਕਿਸਾਨ ਜਿਹੜਾ ਉਹ ਦਿੱਲੀ ਬੈਠਾ ਹੈ। ਪੰਜਾਬ ਦੀ ਜਵਾਨੀ ਜਿਹੜਾ ਸਾਡਾ ਸਭ ਤੋਂ ਵੱਡਾ ਸਰਮਾਇਆ ਹੈ, ਉਹ ਵਿਦੇਸ਼ਾਂ ਵੱਲ ਜਾ ਰਿਹਾ ਹੈ।
ਪੰਜਾਬ ਦੇ ਪੂਰੇ ਹੋਂਦ ਨੂੰ ਬਚਾਉਣ ਦੀ ਲੜਾਈ 'ਚ ਰਿਵਾਇਤੀ ਪਾਰਟੀਆਂ ਪੂਰੀ ਤਰ੍ਹਾਂ ਫੇਲ ਰਹੀਆਂ ਔਰ ਇੱਕੋ ਇੱਕ ਉਮੀਦ ਦਿਖੀ ਹੈ ਅੱਜ ਪੂਰੇ ਮੁਲਕ 'ਚ ਆਮ ਆਦਮੀ ਪਾਰਟੀ ਵਿੱਚ ਜਿਹੜੇ ਕੇਜਰੀਵਾਲ ਸਾਹਿਬ ਨੇ ਜਿਸ ਤਰੀਕੇ ਨਾਲ ਕੰਮ ਕਰਕੇ ਦਿਖਾਇਆ ਹੈ ਔਰ ਪੰਜਾਬ ਯੂਨਿਟ ਜਿਸ ਤਰੀਕੇ ਨਾਲ ਲੋਕਾਂ ਨਾਲ ਜੁੜੇ ਹੋਏ ਮੁੱਦੇ ਇੱਕ ਵਾਅਦਿਆਂ ਦੀ ਗੱਲ ਨਹੀਂ ਹੈ, ਇੱਕ ਗਰੰਟੀ ਨਾਲ ਲੋਕਾਂ ਦੇ ਸਾਰੇ ਜਿਹੜੇ ਦੁੱਖ ਦਰਦ ਹੈ ਉਹਨਾਂ ਨੂੰ ਦੂਰ ਕਰਨ ਦਾ ਜਿਹੜਾ ਉਹਨਾਂ ਕੋਲ ਇੱਕ ਪੂਰਾ ਇੱਕ ਬਲੂਪ੍ਰਿੰਟ ਹੈ। ਮੈਨੂੰ ਲੱਗਦਾ ਹੈ ਵੀ ਸਾਡੇ ਵਰਗੇ ਜਿੰਨੇ ਵੀ ਲੋਕ ਹੈ ਜਿਹੜੇ ਚਾਹੁੰਦੇ ਆ ਵੀ ਪੰਜਾਬ ਦੀ ਰਾਜਨੀਤੀ ਮੁੱਦਿਆਂ ਤੇ ਆਧਾਰਿਤ ਹੋਵੇ, ਪੰਜਾਬ ਦੀ ਰਾਜਨੀਤੀ ਇੱਕ ਆਮ ਸਧਾਰਨ ਲੋਕਾਂ ਨਾਲ ਜੁੜੇ ਹੋਏ ਇਸ਼ੂਆਂ ਤੇ ਸੈਂਟਰਲਾਈਜ਼ ਹੋਵੇ ਤੇ ਉਹਨੂੰ ਆਮ ਆਦਮੀ ਪਾਰਟੀ 'ਚ ਹੀ ਇੱਕ ਪਲੇਟਫਾਰਮ ਦਿਖਦਾ। ਇਸ ਕਰਕੇ ਮੈਨੂੰ ਲੱਗਦਾ ਵੀ ਮੇਰੀ ਦਿਲੀ ਇੱਛਾ ਵੀ ਸੀ ਔਰ ਮੈਨੂੰ ਪਾਰਟੀ ਨੇ ਮੌਕਾ ਦਿੱਤਾ ਤੇ ਇਸ ਕਰਕੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ। ਦੇਖੋ ਮੈਂ ਤੁਹਾਨੂੰ ਬੜੀ ਫਰੈਂਕਲੀ ਦੱਸਦਾ, ਅਸੀਂ ਦਿੱਲੀ ਸੰਘਰਸ਼ ਲਗਾਤਾਰ ਸ਼ਾਮਿਲ ਹੈ ਔਰ ਆਮ ਆਦਮੀ ਪਾਰਟੀ ਦੇ ਸਾਡੇ ਦੋਸਤ ਵੀ ਕਈ ਈਵਨ ਮੀਤ ਜੀ ਅਸੀਂ ਉੱਥੇ ਵੀ ਇਕੱਠੇ ਰਹੇ ਹਾਂ ਕਈ ਮਹੀਨਿਆਂ ਤੋਂ ਅਸੀਂ, ਔਰ ਮੈਨੂੰ ਲੱਗਦਾ ਹੈ ਵੀ ਉਹ ਵੀ ਜਿਹੜੀ ਲੜਾਈ ਹੈ ਇੱਕ ਬੜੀ ਸਭ ਤੋਂ ਇੰਪੋਰਟੈਂਟ ਲੜਾਈ ਹੈ। ਲੇਕਿਨ ਅੱਜ ਪੋਲੀਟੀਕਲ ਫਰੰਟ ਨਾਲ ਜੁੜਨਾ ਇਸ ਕਰਕੇ ਜ਼ਰੂਰੀ ਹੈ ਵੀ ਆਉਣ ਵਾਲੇ ਇਲੈਕਸ਼ਨਾਂ 'ਚ ਲੋਕਾਂ ਨੂੰ ਇੱਕ ਦਿਸ਼ਾ ਔਰ ਲੋਕਾਂ ਨੂੰ ਇੱਕ ਉਮੀਦ ਦਿਖਣੀ ਚਾਹੀਦੀ ਹੈ। ਔਰ ਸਾਨੂੰ ਜਦੋਂ ਮੈਂ ਰਿਜ਼ਾਈਨ ਵੀ ਕੀਤਾ, ਈਵਨ ਮੈਂ ਯੂਨੀਵਰਸਿਟੀ ਟਾਈਮ ਹਮੇਸ਼ਾ ਕਹਿੰਦਾ ਰਿਹਾ ਵੀ ਸਾਨੂੰ ਪੋਲੀਟਿਕਸ 'ਚ ਆਉਣਾ ਚਾਹੀਦਾ ਹੈ ਔਰ ਮੈਂ ਕਦੀ ਵੀ ਰਿਜ਼ਾਈਨ ਕਰਕੇ ਡਿਨਾਈ ਨਹੀਂ ਕੀਤਾ ਵੀ ਮੈਂ ਪੋਲੀਟਿਕਸ ਨਹੀਂ ਕਰਨੀ ਔਰ ਮੈਂ ਹਮੇਸ਼ਾ ਕਹਿੰਦਾ ਰਿਹਾ ਔਰ ਮੈਨੂੰ ਲੱਗਦਾ ਸਭ ਤੋਂ ਜਿਹੜਾ ਸਹੀ ਜਿਹੜਾ ਪਲੇਟਫਾਰਮ ਹੈ ਉਹ ਆਮ ਆਦਮੀ ਪ੍ਰੋਵਾਈਡ ਕਰਦੀ ਆ। ਇਸ ਕਰਕੇ ਮੈਂ ਕੋਈ ਦੇਰ ਨਾ ਜਾਂ ਗੈਪ ਕਰਕੇ ਫੈਸਲਾ ਨਹੀਂ ਲਿਆ, ਸੋਚ ਸਮਝ ਕੇ ਹੀ ਫੈਸਲਾ ਲਿਆ ਹੈ। ਦੇਖੋ ਜੀ, ਕਿਹਾ ਜਾਂਦਾ ਨੌਜਵਾਨ ਜੋ ਨੇ ਦੇਸ਼ ਦਾ ਭਵਿੱਖ ਨੇ ਤੇ ਜਿਸ ਤਰੀਕੇ ਨਾਲ ਨੌਜਵਾਨ ਆਪਣੀ ਜ਼ਿੰਮੇਵਾਰੀ ਸਮਝ ਕੇ ਰਾਜਨੀਤੀ ਵਿੱਚ ਇੰਟਰਸਟ ਲੈ ਰਹੇ ਨੇ। ਪਹਿਲਾਂ ਤਾਂ ਕਹਿਤਾ ਸੀ ਵੀ ਰਾਜਨੀਤੀ ਹੈਗਾ ਹੀ ਕੁਝ ਸਿਲੈਕਟਡ ਦੇ ਲੋਕਾਂ ਦਾ ਖਿੱਤਾ ਪੇਸ਼ਾ ਹੈਗਾ, ਪਰ ਜਿਸ ਤਰੀਕੇ ਨਾਲ ਮੈਨੂੰ ਲੱਗਦਾ ਅੱਜ ਪੰਜਾਬ ਦਾ ਨੌਜਵਾਨ ਐਕਸਾਈਟਡ ਹੈ ਪੰਜਾਬ ਨੂੰ ਸੁਧਾਰਨ ਦੇ ਪ੍ਰਤੀ, ਰਾਜਨੀਤੀ ਵਿੱਚ ਇੰਟਰਸਟ ਲੈ ਰਿਹਾ ਤੇ ਆਉਣ ਵਾਲਾ ਟਾਈਮ ਚੰਗਾ ਹੀ ਹੋਏਗਾ। ਤੇ ਆਮ ਆਦਮੀ ਪਾਰਟੀ ਤੇ ਹੈਗੀ ਨੌਜਵਾਨਾਂ ਦੀ ਪਾਰਟੀ ਹੈ। ਜੇ ਦੇਸ਼ ਦੀ ਤੁਸੀਂ ਕੋਈ ਯੰਗੈਸਟ ਅਸੈਂਬਲੀ ਵੇਖੋਗੇ, ਇੱਕ ਫਾਰਮੂਲਾ ਹੁੰਦਾ ਵੀ ਸਾਰੇ ਐਮਐਲਏਸ ਦੀ ਨੰਬਰ ਆਫ ਐਮਐਲਏਸ ਕੈਲਕੂਲੇਟ ਕਰਕੇ ਉਹਨਾਂ ਦੀ ਏਜ ਕੈਲਕੂਲੇਟ ਕੀਤੀ ਜਾਂਦੀ ਹੈ ਤੇ ਦਿੱਲੀ ਅੱਜ ਪੂਰੇ ਦੇਸ਼ ਦੀ ਸਭ ਤੋਂ ਨੌਜਵਾਨ ਅਸੈਂਬਲੀ ਹੈ ਤੇ ਦਿੱਲੀ ਤੋਂ ਬਾਅਦ ਜੇ ਅੱਗੇ ਕੋਈ ਇਸ ਗੱਲ ਨੂੰ ਅੱਗੇ ਵਧਾਏਗਾ ਤੇ ਮੈਨੂੰ ਲੱਗਦਾ ਪੰਜਾਬ ਅਗਲਾ ਆਉਣ ਵਾਲਾ ਸੂਬਾ ਪੰਜਾਬ ਹੋਏਗਾ। ਬਿਲਕੁਲ, ਮੈਂ ਤਾਂ ਕਹਿ ਰਿਹਾ ਨੌਜਵਾਨਾਂ ਦੀ ਹੀ ਪਾਰਟੀ ਹੈਗੀ ਤੇ ਨੌਜਵਾਨਾਂ ਦੀ ਸੋਚ, ਬਜ਼ੁਰਗਾਂ ਦਾ ਮਾਰਗਦਰਸ਼ਨ, ਹਰ ਚੀਜ਼ ਦਾ ਬੈਲੈਂਸ ਕਰਕੇ ਆਮ ਆਦਮੀ ਪਾਰਟੀ ਚੱਲ ਰਹੀ ਹੈ। ਵੇਖੋ, ਮੁੱਖ ਮੰਤਰੀ ਸਾਹਿਬ ਜੇ ਸੀਰੀਅਸ ਹੋਣ, ਸੂਬੇ ਦਾ ਮੁੱਖ ਮੰਤਰੀ, ਸੂਬੇ ਦੀ ਸਰਕਾਰ ਜੇ ਸੂਬੇ ਦੇ ਲੋਕਾਂ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਲੈ ਕੇ ਸੀਰੀਅਸ ਹੋਵੇ ਤੇ ਫਿਰ ਲੋਕਾਂ ਨੂੰ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪੈਂਦੀ। ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਪੰਜਾਬ ਦੇ ਜੇ ਹਾਲਾਤ ਵੇਖੀ ਤੇ ਐਂ ਲੱਗਦੇ ਆ ਵੀ ਇਹ ਤੇ ਪ੍ਰੋਟੈਸਟ ਸਟੇਟ ਬਣ ਗਈ। ਹਰ ਦਿਨ ਕਦੀ ਸਕਾਲਰਸ਼ਿਪ ਘੁਟਾਲੇ ਦੇ ਖਾਤਰ, ਕਦੀ ਅਧਿਆਪਕਾਂ ਦੀ ਨੌਕਰੀ ਦੇ ਖਾਤਰ, ਕਦੀ ਬੇਰੁਜ਼ਗਾਰ ਸਾਥੀਆਂ ਦੀ ਨੌਕਰੀ ਦੇ ਖਾਤਰ, ਰੋਜ਼ ਕਿਸੇ ਨਾ ਕਿਸੇ ਮਸਲੇ ਤੇ ਪ੍ਰੋਟੈਸਟ ਪੰਜਾਬ 'ਚ ਹੋ ਰਿਹਾ ਹੈ। ਸਾਰਾ ਦਾ ਸਾਰਾ ਜ਼ਿੰਮਾ ਸੂਬਾ ਸਰਕਾਰ ਦਾ ਬਣਦਾ ਜੋ ਆਪਣੀ ਕੁਰਸੀ ਬਚਾਉਣ ਲਈ ਹਰ ਦਿਨ ਦਿੱਲੀ ਬੈਠੇ ਹੁੰਦੇ ਨੇ। ਅਸੀਂ ਤੇ ਪਹਿਲਾਂ ਵੀ ਕਿਹਾ ਕੈਪਟਨ ਸਾਹਿਬ ਪਰਮਾਨੈਂਟਲੀ ਅਸਤੀਫਾ ਦੇ ਕੇ ਦਿੱਲੀ ਸ਼ਿਫਟ ਹੋ ਜਾਣ। ਪੰਜਾਬ 'ਚ ਉੱਦਾਂ ਹੀ ਬੱਤੀ ਦਾ ਉਹਨਾਂ ਨੇ ਬਹੁਤ ਵੱਡਾ ਸੰਕਟ ਪੈਦਾ ਕਰਤਾ। ਬੱਤੀ ਵੀ ਉੱਥੇ 24 ਘੰਟੇ ਆ ਰਹੀ ਹੈ, ਆਰਾਮ ਨਾਲ ਰਹਿ ਸਕਦੇ ਨੇ ਉੱਥੇ ਆ ਕੇ। ਕੋਰੋਨਾ ਦੇ ਕਰਕੇ ਕਾਫੀ ਹਾਹਾਕਾਰ ਮੱਚੀ, ਲੋਕਡਾਊਨ ਵੀ ਵਾਰ-ਵਾਰ ਲੱਗਿਆ ਤੇ ਬਹੁਤ ਸਾਰੀਆਂ ਪਾਬੰਦੀਆਂ ਵੀ ਲੱਗੀਆਂ ਗਈਆਂ, ਪਰ ਹੁਣ ਉਹ ਪਾਬੰਦੀਆਂ ਹੈਗੀਆਂ ਨੇ ਜਿਹੜੀਆਂ ਉਹ ਹੌਲੀ-ਹੌਲੀ ਕਰਕੇ ਹਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਵੱਖ-ਵੱਖ ਜਗ੍ਹਾ ਤੇ ਛੂਟ ਮਿਲਦੀ ਹੋਈ ਵੀ ਨਜ਼ਰ ਆ ਰਹੀ ਹੈ, ਪਰ ਕੋਚਿੰਗ ਇੰਸਟੀਚਿਊਟ ਹਾਲੇ ਤੱਕ ਨਹੀਂ ਖੁੱਲੇ, ਜਿਸ ਦੇ ਕਰਕੇ ਹੁਣ ਕੋਚਿੰਗ ਇੰਸਟੀਚਿਊਟਸ ਵਾਲਿਆਂ ਨੇ ਮੰਗ ਕੀਤੀ ਹੈ ਕਿ ਕੋਚਿੰਗ ਇੰਸਟੀਚਿਊਟ ਵੀ ਜਲਦ ਤੋਂ ਜਲਦ ਖੋਲ੍ਹੇ ਜਾਣੇ ਚਾਹੀਦੇ ਹੈ। ਕੋਰੋਨਾ ਤੇ ਉਸ ਤੋਂ ਬਾਅਦ ਲਾਕਡਾਊਨ ਦੇ ਕਾਰਨ ਸਭ ਕੁਝ ਬੰਦ ਪਿਆ ਸੀ, ਪਰ ਹੁਣ ਸਭ ਕੁਝ ਹੌਲੀ-ਹੌਲੀ ਖੁੱਲਣ ਲੱਗਿਆ। ਹੌਲੀ-ਹੌਲੀ ਦੁਕਾਨਾਂ, ਮਾਲ, ਸਿਨੇਮਾ ਘਰ ਖੁੱਲਣ ਲੱਗੇ ਨੇ ਤੇ ਜੀਵਨ ਤੇ ਜ਼ਿੰਦਗੀ ਪਹਿਲਾਂ ਵਾਂਗ ਸਾਮਾਨਿਆ ਹੋਣ ਲੱਗੀ ਹੈ। ਪਰ ਹਾਲੇ ਵੀ ਚੰਡੀਗੜ੍ਹ ਦੇ ਵਿੱਚ ਕੋਚਿੰਗ ਇੰਸਟੀਚਿਊਟ ਨਹੀਂ ਖੋਲ੍ਹੇ ਗਏ। ਇਸ ਨੂੰ ਲੈ ਕੇ ਇੰਸਟੀਚਿਊਟ ਸੰਚਾਲਕ ਕਾਫੀ ਨਾਰਾਜ਼ ਨੇ ਤੇ ਇਸ ਨੂੰ ਲੈ ਕੇ ਬੁੱਧਵਾਰ ਨੂੰ ਸਾਰੇ ਹੀ ਇੰਸਟੀਚਿਊਟ ਸੰਚਾਲਕਾਂ ਦਾ ਇੱਕ ਡੈਲੀਗੇਸ਼ਨ ਐਜੂਕੇਸ਼ਨ ਸੈਕਟਰੀ ਐਸਐਸ ਗਿੱਲ ਨੂੰ ਮਿਲਿਆ, ਜਿਨ੍ਹਾਂ ਨੇ ਐਜੂਕੇਸ਼ਨ ਸੈਕਟਰੀ ਦੇ ਸਾਹਮਣੇ ਇਹ ਮੰਗ ਚੁੱਕੀ ਹੈ ਕਿ ਹੁਣ ਚੰਡੀਗੜ੍ਹ ਵਿੱਚ ਇੰਸਟੀਚਿਊਟ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਉਹ ਪਿਛਲੇ ਕਾਫੀ ਸਮੇਂ ਤੋਂ ਆਨਲਾਈਨ ਕਲਾਸਾਂ ਲੈ ਰਹੇ ਨੇ, ਪਰ ਇਸ ਦੇ ਨਾਲ ਉਹਨਾਂ ਨੂੰ ਕਾਫੀ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ। ਜਦ ਸਭ ਕੁਝ ਖੁੱਲ ਗਿਆ ਤਾਂ ਕੋਚਿੰਗ ਇੰਸਟੀਚਿਊਟ ਕਿਉਂ ਨਹੀਂ ਖੋਲ੍ਹੇ ਜਾ ਰਹੇ? ਕਿ ਉਹ ਬੱਚੇ ਮਾਲ 'ਚ ਨਹੀਂ ਜਾ ਰਹੇ? ਕਿ ਇਹ ਬੱਚੇ ਦੁਕਾਨਾਂ ਤੇ ਨਹੀਂ ਜਾ ਰਹੇ? ਤੇ ਕਿਉਂ ਕੋਰੋਨਾ ਸਿਰਫ ਕੋਚਿੰਗ ਇੰਸਟੀਚਿਊਟਾਂ ਦੇ ਵਿੱਚ ਹੀ ਹੁੰਦਾ ਹੈ? ਇਸ ਲਈ ਉਹ ਮੰਗ ਕਰਦੇ ਨੇ ਕਿ जल्द ਤੋਂ जल्द कोचिंग इंस्टीट्यूट खोले जाएं। हम एक्चुअली यहाँ पे आज गैदर हुए हैं। हम चंडीगढ़ जो कोचिंग इंस्टीट्यूट्स हैं उसकी तरफ से हम सब लोग यहाँ पे गैदर हुए थे
हम सिर्फ सर यही चाहते हैं, बेसिकली हमारा मुद्दा यही है कि जब सारी चीज़ें देखो खोल दी गई हैं, स्विमिंग पूल ओपन कर दिए गए हैं, जिम ओपन कर दिए गए हैं, तो इंस्टीट्यूट को प्रायोरिटी नहीं माना जा रहा है। हम एक तरह से, हमारा तो देखो काम भी है कि हम सोशल बेनिफिट भी साथ में प्रोवाइड कर रहे हैं, लेकिन हमें किसी भी तरह की मतलब हेल्प नहीं दी जा रही है। हमें पूरा टैक्सेशन हमारा पूरा लग रहा है, पूरी चीज़ें हमारे ऊपर बर्डन है, हमें रेंट देना पड़ रहा है। हमें मतलब आप एक तरह से ये सोचिए कि सब कुछ बंद होने के साथ में भी हमें फिर भी उन जगहों का रेंट देना पड़ रहा है। अब सर ये हुआ कि 1 साल से ज़्यादा हो चुका है, हमारी सेविंग्स भी ख़त्म ऑलमोस्ट हो चुकी हैं सारी। अब हम मतलब ऐसे है कि बस अब हमारा अगर खुलता नहीं है तो हम बिल्कुल ही मतलब हमें अपने कोचिंग इंस्टीट्यूट बंद करने पड़ेंगे। और कहीं ना कहीं देखो हम रोज़गार क्रिएट करते हैं कि हम लोगों को पढ़ाकर एम्प्लॉयमेंट जनरेट करेंगे, बट हम खुद ही अब उस अनएम्प्लॉयमेंट रेशो में आने वाले हैं कुछ टाइम बाद। तो अगर गवर्नमेंट ये नहीं कुछ सुनती है या हमें कुछ 20% 30% कुछ इस कैपेसिटी के साथ खोला जाए तो हम भी अपना नॉर्मल रूटीन में काम कर पाएंगे। सर अभी हम एजुकेशन सेक्रेटरी से मिल के आए हैं, IAS SS गिल, जिनके परमिशन से ही हमारे कोचिंग इंस्टीट्यूट की ऑफलाइन क्लासेस ओपन होंगी, बट उन्होंने कुछ भी हमें पॉजिटिव नहीं किया और अभी हमारे को कोई आसार नहीं लग रहे खुलने के, जबकि सारे काम खुल चुके हैं। और हम जो बच्चों को पढ़ा रहे हैं वो बच्चे हर जगह जा रहे हैं, वो मॉल्स में जा रहे हैं, वो अपना हर जगह घूम रहे हैं, मार्केट्स में जो सब कुछ ओपन है, पार्टीज़ में जा रहे हैं जहाँ 100 लोगों की परमिशन मिल गई, हर काम ओपन है। पर हम इंस्टीट्यूट्स का जहाँ वही बच्चों ने आना है उनको बिल्कुल ही नकारा हुआ है, बिल्कुल ही एक सोसाइटी से अलग किया हुआ है, जैसे कि हमारा कोई घर नहीं है, हमने कोई काम नहीं करना, हमारे अंडर स्टाफ है। मेरे साथ इंस्टीट्यूट में खुद 15 टीचर हैं, उनको हम कहाँ से सैलरी दें, हमने रेंट देने हैं, हमारे साथ बहुत परिवार जुड़े हैं। तो एडमिनिस्ट्रेशन को, गवर्नमेंट को हमारा भी सोचना चाहिए। तो किस तरह से आप घर परिवार आपका चल रहा है? हम बहुत मुश्किल से ऑनलाइन में थोड़े बहुत बच्चों को पढ़ा के काम कर रहे हैं। ਗੌਰਤਲਬ ਹੈ ਕਿ ਕਰੋਨਾ ਦੇ ਕਾਰਨ ਸਾਰੀਆਂ ਹੀ ਚੀਜ਼ਾਂ ਨੂੰ ਬੰਦ ਰੱਖਿਆ ਗਿਆ ਸੀ, ਪਰ ਹੁਣ ਕੇਸ ਕੱਟਣ ਦੇ ਕਾਰਨ ਚੀਜ਼ਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਅਜਿਹੇ ਵਿੱਚ ਹੁਣ ਕੋਚਿੰਗ ਇੰਸਟੀਚਿਊਟ ਖੋਲ੍ਹਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਉਧਰ ਮੋਹਾਲੀ ਦੇ ਪਿੰਡ ਮਨੌਲੀ ਦੇ ਵਿੱਚ ਬੇਅਦਬੀ ਦੇ ਨਾਲ ਜੁੜਿਆ ਹੋਇਆ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲੇ ਨੇ। ਗੁਟਕਾ ਸਾਹਿਬ ਦੇ ਕੁਝ ਕੁ ਅੰਗ ਕੂੜੇ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਫਾੜ ਕੇ ਸੁੱਟ ਦਿੱਤੇ ਤੇ ਕੁਝ ਛੱਤ ਤੋਂ ਬਰਾਮਦ ਹੋਏ ਨੇ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਫਿਰ ਮੋਹਾਲੀ ਦੇ ਨੇੜੇ ਪਿੰਡ ਮਨੌਲੀ ਦੇ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿਸੇ ਅਣਜਾਣ ਵਿਅਕਤੀ ਵੱਲੋਂ ਗੁਟਕਾ ਸਾਹਿਬ ਜੀ ਦੇ ਪੰਨੇ ਪਾੜ ਕੇ ਕੂੜੇ ਦੇ ਵਿੱਚ ਸੁੱਟ ਦਿੱਤੇ, ਜਦਕਿ ਕੁਝ ਪੰਨੇ ਇੱਕ ਘਰ ਦੀ ਛੱਤ ਉੱਤੇ ਵੀ ਮਿਲੇ ਨੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਧਰ ਪਿੰਡ ਦੇ ਮੁਹੱਲਾ ਸੈਣੀ ਮਾਜਰਾ ਦੇ ਵਿੱਚ ਬੇਅਦਬੀ ਦੀ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਹਾਲਾਤ ਖਰਾਬ ਨਾ ਹੋਣ ਇਸ ਲਈ ਤੁਰੰਤ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਮੋਹਾਲੀ ਦੇ SP ਹਰਵਿੰਦਰ ਸਿੰਘ ਵਿਰਕ, DSP ਦੀਪ ਕਮਲ ਸਮੇਤ ਪੁਲਿਸ ਪਾਰਟੀ ਨਾਲ ਘਟਨਾ ਸਥਾਨ ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ ਗਈ ਤੇ ਕਿਸੇ ਸ਼ਰਾਰਤੀ ਅੰਸਰ ਵੱਲੋਂ ਇਹ ਕੰਮ ਕੀਤੇ ਜਾਣ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ। ਮਨੌਲੀ ਪਿੰਡ ਹੈ ਜੀ ਆਪਣਾ, ਥਾਣਾ ਸੁਹਾਣਾ ਦੇ ਵਿੱਚ ਪੈਂਦਾ। ਇਹਦੀ ਸੈਣੀ ਮਾਜਰਾ ਜਿਹੜੀ ਪੱਤੀ ਪੈਂਦੀ ਹੈ, ਸੈਣੀ ਪੱਤੀ ਪੈਂਦੀ ਆ। ਇਸ ਸਾਈਡ ਦੇ ਉੱਪਰ ਬਾਹਰ ਜਿਹੜੇ ਰੂੜੀ ਵਾਲੇ ਢੇਰ ਹੈਗੇ ਸੀ, ਇੱਥੇ ਸਾਨੂੰ ਸਰਪੰਚ ਜਿਹੜੇ ਹੈਗੇ ਨੇ ਕਮਲਜੀਤ ਕੌਰ, ਉਹਨਾਂ ਦੇ ਹਸਬੈਂਡ ਹੈਗੇ ਨੇ ਜੋਰਾ ਸਿੰਘ, ਉਹਨਾਂ ਵੱਲੋਂ ਤਲਾਹ ਮਿਲੀ ਸੀ ਥਾਣਾ ਦੇ ਵਿੱਚ ਕਿ ਗੁਟਕਾ ਸਾਹਿਬ ਦੇ ਕਰੀਬ 78 ਦੇ ਕਰੀਬ ਜਿਹੜੇ ਅੰਗ ਹੈਗੇ ਨੇ ਇੱਥੇ ਕਿਸੇ ਨੇ ਫਾੜ ਕੇ ਸਿੱਟੇ ਹੋਏ ਨੇ ਤੇ ਬੇਅਦਬੀ ਕੀਤੀ ਹੈ। ਮੌਕਾ ਪਰ ਪਹਿਲਾਂ SHO DSP ਦੀਪ ਕਮਲ ਦੇ ਮੌਕਾ ਪਰ ਪੁੱਜੇ, ਮੈਂ ਇੱਥੇ ਆਇਆ। ਇੱਥੇ ਜਾ ਕੇ ਅਸੀਂ ਸਾਰੀ ਜਿਹੜੀ ਹੈਗੀ ਤਫਤੀਸ਼ ਕਰ ਰਹੇ ਹਾਂ। ਇਹਨਾਂ ਸਰਦਾਰ ਜੋਰਾ ਸਿੰਘ ਦਾ ਬਿਆਨ ਲੈ ਕੇ ਅਸੀਂ ਜਿਹੜੇ ਹੈਗੇ ਪਰਚਾ ਦਰਜ 295A 120B IPC ਦੇ ਤਹਿਤ ਜਿਹੜਾ ਹੈਗਾ ਬੇਅਦਬੀ ਦੇ ਸੰਬੰਧੀ ਜਿਹੜਾ ਹੈਗਾ ਇਹਨੂੰ ਸੈਕਰ ਰਿਲੀਜ਼ ਦੀ ਘਟਨਾ ਹੋਣ ਕਰਕੇ ਅਸੀਂ ਦਰਜ ਕੀਤਾ ਆ। ਇਹਦੀ ਡੂੰਘਾਈ ਨਾਲ ਜਿਹੜੀ ਤਫਤੀਸ਼ ਕਰ ਰਹੇ ਹਾਂ। ਬਾਕੀ ਪਿੰਡ ਵਾਸੀ ਜਿਹੜੇ ਨਾਲ ਖੜੇ ਇਹਨਾਂ ਨੂੰ ਅਸੀਂ ਵਿਸ਼ਵਾਸ ਦਵਾਇਆ ਕਿ ਇਹਨਾਂ ਦੇ ਸਹਿਯੋਗ ਦੇ ਨਾਲ ਜਿਹੜੀ ਹੈਗੀ ਸਾਨੂੰ ਤਫਤੀਸ਼ ਦੇ ਵਿੱਚ ਸਹਿਯੋਗ ਚਾਹੀਦਾ, ਇਹਦੇ ਸਹਿਯੋਗ ਕਰ ਵੀ ਰਹੇ ਨੇ ਤੇ ਇਹਨੂੰ ਡੂੰਘਾਈ ਨਾਲ ਇਹਦੀ ਤਫਤੀਸ਼ ਕਰਦੇ ਹੋਏ ਜਿਹੜਾ ਹੈਗਾ ਇਹਨੂੰ ਸਾਰੇ ਨੂੰ ਕੇਸ ਨੂੰ ਅਸੀਂ ਸੁਲਝਾਵਾਂਗੇ। ਹਾਲੇ ਜਿਹੜੀ ਹੈਗੀ ਆ ਪਾਰਟ ਆਫ ਇਨਵੈਸਟੀਗੇਸ਼ਨ ਹਾਲੇ ਤਾਂ ਜਿਹੜੀ ਹੈਗੀ ਆ ਪ੍ਰੀ ਮੈਚੁਰ ਸਟੇਜ ਹੈਗੀ ਆ। CCTV ਸਾਨੂੰ ਇੱਕ ਕੈਮਰਾ ਹੀ ਇੱਥੇ ਡਿਟੈਕਟ ਹੋਇਆ, ਉਹਦੇ ਵੀ ਫੁਟੇਜ ਅਸੀਂ ਸਾਰੀ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਦੇ ਦੌਰਾਨ ਖੰਗਾਲ ਰਹੇ ਹਾਂ
ਹੋਰ ਵੀ ਜਿਹੜੀ ਹੈਗੀ ਹੈ ਹਿਊਮਨ ਇੰਟੈਲੀਜੈਂਸ ਜਿਹੜੀ ਹੈਗੀ ਹੈ ਸੋਰਸਿਸ ਰਾਹੀਂ ਪਿੰਡ ਦੇ ਲੋਕਾਂ ਦੇ ਜਿਹੜੇ ਸਹਿਯੋਗ ਦੇ ਰਾਹੀਂ ਇਹਨੂੰ ਕੇਸ ਨੂੰ ਅਸੀਂ ਜਲਦੀ ਹੱਲ ਕਰ ਲਾਂਗੇ। ਜਿਹੜੀ ਇਹਦੇ ਵਿੱਚ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਗਿਆ ਕਿ ਜਿਹੜੀ ਕਰੀਬ 2 ਦਿਨ ਪੁਰਾਣੀ ਘਟਨਾ ਜਿਹੜੀ ਹੈਗੀ ਲੱਗਦੀ ਹੈਗੀ ਹੈ, ਕੋਈ ਕਰੀਬ ਪਰਸੋਂ ਦੇ ਕਰੀਬ, ਤਾਂ ਮੰਡੇ ਨੂੰ ਜਿਹੜੀ ਹੈਗੀ ਹੈ, ਮੰਡੇ ਜਾਂ ਸੰਡੇ ਦੀ ਹੋ ਸਕਦੀ ਹੈ। ਉਸ ਤਰੀਕੇ ਨਾਲ ਅਸੀਂ ਸਾਰੀ ਦੇਖ ਰਹੇ ਹਾਂ, ਸਾਰਾ ਰਿਕਾਰਡ ਲੈ ਰਹੇ ਹਾਂ, ਕੌਣ ਇੱਥੇ ਆਇਆ, ਕੋਈ ਬਾਹਰਲਾ ਬੰਦਾ ਆਇਆ ਜਾਂ ਇੱਥੋਂ ਦਾ ਇੱਕ ਬੰਦੇ ਦੀ ਘਟਨਾ ਜਿਹੜੀ ਹੈਗੀ ਹੈ ਸ਼ਮੂਲੀਅਤ ਹੈ ਜਾਂ ਜ਼ਿਆਦਾ ਦੀ ਹੈ, ਉਹ ਸਾਰਾ ਅਸੀਂ ਕਰਨਾ। ਨਹੀਂ, ਹਲੇ ਜਿਹੜਾ ਹੈਗਾ ਕਿਸੇ ਨੇ ਸ਼ੱਕ ਜ਼ਾਹਰ ਨਹੀਂ ਕੀਤਾ ਕਿਸੇ ਵਿਅਕਤੀ ਦੇ ਉੱਪਰ, ਬਟ ਫਿਰ ਵੀ ਜਿਹੜੀ ਹੈਗੀ ਹੈ ਕਿਉਂਕਿ ਹਲੇ ਮੈਂ ਜਿਵੇਂ ਦੱਸਿਆ ਕਿ ਹਲੇ ਆ ਕੇ ਅਸੀਂ ਪਰਚਾ ਹੀ ਰਜਿਸਟਰ ਕੀਤਾ, ਬਿਆਨ ਹੀ ਲਿਖਿਆ ਹੈਗਾ। ਹੁਣ ਤਫਤੀਸ਼ ਐਕਚੁਅਲ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਆ ਹੁਣ ਸ਼ੁਰੂ ਹੋਣੀ ਹੈ। ਜਿਵੇਂ ਵੀ ਤਫਤੀਸ਼ ਦੇ ਵਿੱਚ ਕੋਈ ਅਪਡੇਟ ਆਉਂਦਾ ਤੁਹਾਨੂੰ ਜਿਹੜਾ ਹੈਗਾ ਅਸੀਂ ਉਹਦੇ ਅਕੋਰਡਿੰਗਲੀ ਅਪਡੇਟ ਕਰ ਦਿਆਂਗੇ। ਨਹੀਂ, ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਉਹਨਾਂ ਦੇ ਗੁਟਕਾ ਸਾਹਿਬ ਹੈਗੇ ਨੇ ਉਹ ਪੂਰੀ ਤਰ੍ਹਾਂ ਜਿਹੜੇ ਹੈਗੇ ਨੇ ਉਹ ਅਸੀਂ ਸਾਡੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨਾਲ ਨੇ, ਉਹਨਾਂ ਨੇ ਚੈੱਕ ਕਰ ਲੈਣੇ ਉੱਥੋਂ ਦੀ ਜਿਹੜੀ ਹੈਗੀ ਹੈ ਸਾਰੇ ਜਿਹੜੇ ਗੁਟਕਾ ਸਾਹਿਬ ਜਾਂ ਹੋਰ ਅੰਗ ਹੈਗੇ ਨੇ ਉੱਥੇ ਦੇ ਕੋਈ ਇਸ ਤਰ੍ਹਾਂ ਦੀ ਬੇਅਦਬੀ ਉੱਥੇ ਨਹੀਂ ਹੋਈ। ਤਾਂ ਇਹ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ ਇਹ ਕਿਸ ਦਾ ਹੈ ਸੀ ਜਾਂ ਕਿਸ ਨੇ ਆਪਣੇ ਘਰ ਰੱਖਿਆ ਸੀ ਜਾਂ ਕਿੱਥੋਂ ਲੈ ਕੇ ਆਏ, ਸਾਰੀ ਤਫਤੀਸ਼ ਦੇ ਮਸਲੇ ਨੇ ਬਾਅਦ ਦੇ ਵਿੱਚ ਸਾਹਮਣੇ। ਉਧਰ ਮੌਕੇ ਤੇ ਮੌਜੂਦ ਗ੍ਰੰਥੀ ਸਿੰਘ ਦੇ ਮੁਤਾਬਿਕ ਇਹ ਮਾਮਲਾ ਸਵੇਰ 7:30 ਵਜੇ ਦਾ ਹੈ ਤੇ ਜਦੋਂ ਕਿਸੇ ਨੇ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਕੂੜੇ ਦੇ ਵਿੱਚ ਸੁੱਟ ਦਿੱਤੇ ਤੇ ਕੁਝ ਦੇਰ ਬਾਅਦ ਲੋਕਾਂ ਵੱਲੋਂ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਗਿਆ। ਤੁਹਾਨੂੰ ਦੱਸਦੀ ਹੈ ਕਿ ਗ੍ਰੰਥੀ ਸਿੰਘ ਦੇ ਮੁਤਾਬਿਕ ਗੁਟਕਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਨਹੀਂ ਉਠਾਇਆ ਗਿਆ ਅਤੇ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਕਿਸੇ ਦੇ ਘਰ ਵਿੱਚ ਇਹ ਸ਼ਾਇਦ ਪਿਆ ਹੋਵੇ ਤੇ ਉਸ ਤੋਂ ਬਾਅਦ ਕਿਸੇ ਨੇ ਬੇਅਦਬੀ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਉਧਰ ਚੰਡੀਗੜ੍ਹ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਜੁਐਲਰੀ ਸ਼ਾਪ ਦੇ ਵਿੱਚ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ ਦਾ ਪਰਦਾਫਾਸ਼ ਕਰਦੇ ਹੋਏ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਚੰਡੀਗੜ੍ਹ ਦੇ ਸੈਕਟਰ 23 ਵਿੱਚ ਮਾਂ ਲక్ష్ਮੀ ਡਾਇਮੰਡ ਜਿਊਲਰੀ ਵਰਕਸ਼ਾਪ ਦੇ ਵਿੱਚ ਹੋਈ ਕਰੀਬ 2 ਕਰੋੜ ਦੀ ਲੁੱਟ ਮਾਮਲੇ ਦੇ ਵਿੱਚ ਸੈਕਟਰ 17 ਥਾਣਾ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ। ਪਰ ਹੁਣ ਆਰੋਪੀਆਂ ਨੂੰ ਫੜਨ ਦੀ ਵਾਰੀ ਆਈ ਤਾਂ ਸੈਕਟਰ 17 ਥਾਣਾ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੋਵੇਂ ਆਰੋਪੀਆਂ ਨੂੰ ਫੜਨ ਦੇ ਲਈ ਚੰਡੀਗੜ੍ਹ ਤੋਂ ਰਵਾਨਾ ਹੋ ਗਈਆਂ। ਪਰ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੀ ਸੁਪਰਵਿਜ਼ਨ ਵਿੱਚ ਜੋ ਕ੍ਰਾਈਮ ਬ੍ਰਾਂਚ ਕੰਮ ਕਰ ਰਹੀ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਮੁੱਖ ਆਰੋਪੀ ਆਕਾਸ਼ ਨੂੰ ਬਿਹਾਰ ਦੇ ਗੋਪਾਲਗੰਜ ਤੋਂ ਦਬੋਚ ਲਿਆ, ਜਿਸ ਤੋਂ ਬਾਅਦ ਆਰੋਪੀ ਆਕਾਸ਼ ਨੂੰ ਚੰਡੀਗੜ੍ਹ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕਿ ਉਸ ਨੂੰ 7 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਉਹਦੇ ਹੀ ਆਰੋਪੀ ਆਕਾਸ਼ ਨੇ ਕ੍ਰਾਈਮ ਬ੍ਰਾਂਚ ਨੂੰ ਪੁੱਛਗਿੱਛ ਵਿੱਚ ਦੱਸਿਆ ਕਿ ਉਸਨੇ ਚੋਰੀ ਕੀਤਾ ਹੋਇਆ ਸਾਰਾ ਸਮਾਨ ਆਪਣੇ ਚਾਚਾ ਸੰਜੇ ਨੂੰ ਦਿੱਤਾ ਸੀ ਤਾਂ ਕਿ ਉਹ ਹੌਲੀ-ਹੌਲੀ ਸਮਾਨ ਨੂੰ ਵੇਚ ਸਕੇ। ਦੱਸਦੇ ਕਿ ਆਰੋਪੀ ਆਕਾਸ਼ ਦਾ ਚਾਚਾ ਬੰਗਾਲ ਦੇ ਹੁਗਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਬੰਗਾਲ ਦੇ ਲਈ ਰਵਾਨਾ ਹੋ ਗਈ ਅਤੇ ਉੱਥੋਂ ਆਰੋਪੀ ਸੰਜੇ ਨੂੰ ਗ੍ਰਿਫਤਾਰ ਕਰ ਚੰਡੀਗੜ੍ਹ ਲੈ ਆਏ, ਜਿੱਥੇ ਆਰੋਪੀ ਸੰਜੇ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਨਾਲ ਹੀ ਉਸ ਨੂੰ 6 ਦਿਨ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਉੱਥੇ ਹੀ ਸੈਕਟਰ 17 ਥਾਣਾ ਪੁਲਿਸ ਦੇ ਹੱਥ ਦੋਨੋਂ ਆਰੋਪੀਆਂ ਦੇ ਵਿੱਚੋਂ ਇੱਕ ਵੀ ਆਰੋਪੀ ਨਹੀਂ ਲੱਗ ਪਾਇਆ। ਚੰਡੀਗੜ੍ਹ ਕ੍ਰਾਈਮ ਬ੍ਰਾਂਚ ਅਨੁਸਾਰ ਹਾਲੇ ਕੁਝ ਬਰਾਮਦਗੀ ਕਰ ਲਈ ਗਈ ਹੈ ਤੇ ਨਾਲ ਹੀ ਆਰੋਪੀਆਂ ਦੀ ਨਿਸ਼ਾਨਦੇਹੀ ਤੇ ਹੋਰ ਬਰਾਮਦਗੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਆਰੋਪੀਆਂ ਤੋਂ ਪੁੱਛਗਿੱਛ ਦੇ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਪੁਲਿਸ ਵੱਲੋਂ ਸੰਭਾਵਨਾ ਜਤਾਈ ਜਾ ਰਹੀ ਹੈ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਹੁਣ ਗੱਲ ਕਰ ਲੈਣੇ ਕੋਰੋਨਾ ਅਪਡੇਟ ਦੀ। ਕੋਰੋਨਾ ਦੇ ਮਾਮਲੇ ਘਟ ਰਹੇ ਨੇ ਲਗਾਤਾਰ, ਪਰ ਖਤਰਾ ਵਾਰ-ਵਾਰ ਤੁਹਾਨੂੰ ਕਹਿੰਦੇ ਆ ਕਿ ਹਾਲੇ ਵੀ ਬਣਿਆ ਹੋਇਆ, ਸਾਵਧਾਨੀ ਵਰਤਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਜਿਹੜੇ ਕੋਰੋਨਾ ਦੇ ਨਿਯਮ, ਸਖਤ ਨਿਯਮ ਬਣਾਏ ਗਏ ਨੇ, ਉਹਨਾਂ ਦੀ ਪਾਲਣਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜੇ ਛੋਟੀ ਜਿਹੀ ਵੀ ਗਲਤੀ ਅਸੀਂ ਕਰੀਏ ਤਾਂ ਉਹ ਸਾਡੇ ਤੇ ਭਾਰੀ ਪੈ ਸਕਦੀ ਹੈਗੀ ਹੈ। ਤੁਹਾਨੂੰ ਮਾਮਲੇ ਦੱਸ ਦਿੰਦੇ ਆ ਕਿ ਕਿੰਨੇ ਆਏ ਨੇ। ਚੰਡੀਗੜ੍ਹ ਦੇ ਮੋਹਾਲੀ ਦੋਹਾਂ ਸ਼ਹਿਰਾਂ ਦੇ ਵਿੱਚ ਕੁੱਲ ਮਾਮਲੇ ਅੱਜ 23 ਦਰਜ ਕੀਤੇ ਗਏ। 8 ਚੰਡੀਗੜ੍ਹ ਅਤੇ 15 ਮੋਹਾਲੀ ਤੋਂ ਸਾਹਮਣੇ ਆਏ। ਕੋਰੋਨਾ ਦੇ ਕਰਕੇ 1 ਮੌਤ ਹੋਈ ਤੇ ਮੌਤ ਮੋਹਾਲੀ ਦੇ ਵਿੱਚੋਂ ਦਰਜ ਕੀਤੀ ਗਈ। ਹੁਣ ਤੱਕ ਕੋਰੋਨਾ ਦੇ ਕਰਕੇ 1861 ਮੌਤਾਂ ਹੋ ਚੁੱਕੀਆਂ ਨੇ। ਮੋਹਾਲੀ ਦੇ ਵਿੱਚ 1052 ਮੌਤਾਂ ਦਰਜ ਕੀਤੀਆਂ ਗਈਆਂ ਤੇ ਚੰਡੀਗੜ੍ਹ ਦੇ ਵਿੱਚ 809 ਮੌਤਾਂ ਦਰਜ ਕੀਤੀਆਂ ਗਈਆਂ।
ਹੁਣ ਗੱਲ ਮੌਸਮ ਦੀ ਕਰ ਲੈਂਦੇ ਆ ਤਾਂ ਮੌਸਮ ਨੇ ਲੋਕਾਂ ਨੂੰ ਸਤਾਇਆ ਹੋਇਆ ਹੈ। ਗਰਮੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ, ਪਸੀਨੇ ਛੁੱਟ ਰਹੇ ਨੇ। ਪਰ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਮੁਤਾਬਿਕ ਅਗਲੇ ਆਉਣ ਵਾਲੇ 3 ਦਿਨਾਂ ਤੱਕ ਗਰਮੀ ਤੋਂ ਰਾਹਤ ਨਹੀਂ ਮਿਲੇਗੀ। 3 ਦਿਨਾਂ ਬਾਅਦ ਯਾਨੀ ਕਿ 10 ਜੁਲਾਈ ਤੋਂ ਬਾਅਦ ਉਮੀਦ ਹੈ ਕਿ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ 10 ਜੁਲਾਈ ਤੋਂ ਬਾਅਦ ਬਾਰਿਸ਼ ਦੀ ਸੰਭਾਵਨਾ ਹੈ। ਜੇ ਅੱਜ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 29.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤੇ ਨਮੀ ਦੀ ਜੇ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਨਮੀ ਅੱਜ 44% ਰਹੀ। ਤਾਂ ਇਸ ਬੁਲੇਟਿਨ ਦੇ ਵਿੱਚ ਬਸ ਨਹੀਂ, ਫਿਰ ਹੋਊਗੀ ਮੁਲਾਕਾਤ। ਨਮਸਕਾਰ।